ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਜਲ ਕੀ ਪੀਤ ਪਵਨ ਕਾ ਥੰਬਾ। ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ। ਪੰਖੀ ਬਸੈ ਵਿਚਾਰਾ, ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਜੈਸੇ ਤਰਵਰ ਪੰਖ ਬਸੇਰਾ। ਕਬੀਰ ਜਿਨਹੁ ਕਿਛੁ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਈ। ਹਮ ਹੋ ਜੋ ਭੁਜਾ ਭੁਜਨਾ, ਪੂਰੀ ਪਰੀ ਬਲਾਈ। ਬੇਸੁਮਾਰ ਅਥਾਹ ਅਗਨਤ ਅਤੁਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਪਤੇ, ਕਿਆ ਲਾਗੈ ਮੇਰਾ। ਤੇਰਾ ਤੁਝ ਕੋ ਸੌਪਤੇ, ਕਿਆ ਲਾਗੈ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਗੁਣ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਾਮਤ ਹੈ, ਅਪਾਰ ਬਖਸ਼ਿਸ਼ ਹੈ। ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ, ਸਤਿਗੁਰੂ ਕੀ ਪਾਵਨ ਪਵਿੱਤਰ ਮੁਬਾਰਕ ਚਰਨ ਹਜ਼ੂਰੀ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸ਼ਬਦ ਦੇ ਅਭਿਆਸ ਦੁਆਰਾ ਆਪਣੇ ਮਨੁੱਖਾ ਜੀਵਨ ਦੇ ਅਮੋਲਕ ਅਵਸਰ ਨੂੰ ਸਫਲ ਕਰਨ ਦਾ ਯਤਨ ਕਰਦਿਆਂ ਹੋਇਆਂ ਸਤਿਗੁਰੂ ਕੀ ਕਿਰਪਾ ਨੂੰ ਮਾਣ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ
ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਮਨੁੱਖ ਜਦੋਂ ਪ੍ਰਭੂ ਤੋਂ ਆਪਣੀ ਹੋਂਦ ਨੂੰ ਵੱਖਰਾ ਸਮਝਣ ਲੱਗ ਪੈਂਦਾ ਹੈ ਤਾਂ ਉਹ ਦਵੈਤ ਦੀ ਸਥਿਤੀ ਵਿੱਚ ਆ ਜਾਂਦਾ ਹੈ, ਅਤੇ ਇਹ ਦਵੈਤ ਉਹਦਾ ਮੁੜ ਕੇ ਜੀਵਨ ਪਰ ਮਿਟਦਾ ਨਹੀਂ। ਹੁੰਦਾ ਇਹ ਪ੍ਰਭੂ ਦਾ ਰੂਪ ਹੀ ਹੈ, ਪਰ ਆਪਣੇ ਆਤਮ ਸਰੂਪ ਨੂੰ ਭੁੱਲ ਜਾਣ ਕਰਕੇ ਜਾਂ ਅਕਾਲ ਪੁਰਖ ਦੀ ਵਿਆਪਕਤਾ ਦੇ ਸਾਰੇ ਪੱਖਾਂ ਨੂੰ ਭੁੱਲ ਜਾਣ ਕਰਕੇ, ਏਕਤਾ ਦੇ ਸੂਤਰ ਨੂੰ ਵਿਸਾਰ ਦੇਣ ਕਰਕੇ ਦਵੈਤ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ ਅਤੇ ਜ਼ਿੰਦਗੀ ਪਰ ਪਰਮੇਸ਼ਰ ਤੋਂ ਦੂਰੀ ਬਣੀ ਰਹਿੰਦੀ ਹੈ ਅਤੇ ਆਪਣੇ ਆਪ ਨੂੰ ਵਿਸ਼ੇਸ਼ ਜਤਾਉਂਦਾ ਰਹਿੰਦਾ ਹੈ। ਇਸ ਪ੍ਰਕਾਰ ਇਸ ਸੰਸੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਦੇ ਵਿੱਚ ਛਿਆਂ ਸ਼ਾਸਤਰਾਂ ਨੇ ਵੀ ਬੜਾ ਕੁਝ ਕਥਿਆ ਹੈ। ਹੁਣ ਉਸ ਦਵੈਤ ਦਾ ਹੱਲ ਦੱਸਦਿਆਂ ਹੋਇਆਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੁਣ ਜਦ ਅਸੀਂ ਦਵੈਤ ਦੇ ਮੁੱਢਲੇ ਕਾਰਨਾਂ ਦੀ ਵਿਚਾਰਨ ਕਰਾਂਗੇ ਤਾਂ ਇੱਕ ਸਥਿਤੀ ਸਾਨੂੰ ਸਪਸ਼ਟ ਹੋ ਜਾਏਗੀ ਕਿ ਦਵੈਤ ਦੇ ਉਦੋਂ ਪੈਦਾ ਹੁੰਦਾ ਹੈ ਜਦੋਂ ਮਨੁੱਖ ਮੇਰਾ ਦੇ ਭਾਵ ਵਿੱਚ ਆਉਂਦਾ ਹੈ। ਜਦੋਂ ਇਹਨੂੰ ਚੀਜ਼ਾਂ ਦਾ ਬੋਧ ਹੋਣ ਲੱਗ ਪੈਂਦਾ ਹੈ ਅਤੇ ਇਹ ਚੀਜ਼ਾਂ ਨੂੰ ਸਰਵ ਸਾਂਝੇ ਰੂਪ ਵਿੱਚ ਮੰਨਣ ਦੀ ਬਜਾਏ ਜਾਂ ਉਹਨਾਂ ਨੂੰ ਪਰਮੇਸ਼ਵਰੀ ਰੂਪ ਦਾਤ ਸਮਝਣ ਦੀ ਬਜਾਏ ਆਪਣੇ ਨਾਲ ਜੋੜ ਕੇ ਆਪਣੇ ਅਧੀਨ, ਆਪਣੀ ਪਕੜ ਅਤੇ ਆਪਣੇ ਪ੍ਰਬੰਧ ਹੇਠ ਕਰਕੇ ਉਸ ਨੂੰ ਚੰਗਾ ਸਮਝਦਾ ਅਤੇ ਇਸ ਕਰਕੇ ਮਨੁੱਖ ਹੌਲੀ ਹੌਲੀ ਮੈਂ ਤੋਂ ਮੇਰਾ ਦੇ ਭਾਵ ਘੜਨੇ ਸ਼ੁਰੂ ਕਰ ਦਿੰਦਾ ਹੈ। ਅਤੇ ਇਹ ਮੈਂ ਮੇਰਾ ਦੇ ਭਾਵ ਜਿਹੜੇ ਹਨ ਇਹੀ ਦਵੈਤ ਦਾ ਮੁੱਢ ਹਨ। ਦਾਤਾਰ ਨੇ ਸਾਨੂੰ ਸਾਜਿਆ ਹੈ, ਦਾਤ ਰੂਪ ਦੇ ਨਾਲ ਉਹਨੇ ਸਾਨੂੰ ਸ਼ਿੰਗਾਰਿਆ ਹੈ, ਸੰਵਾਰਿਆ ਹੈ। ਉਹਨੂੰ ਸੰਵਾਰਦਿਆਂ ਜਦੋਂ ਦਾਤਾਰ ਨੂੰ ਭੁੱਲ ਗਏ, ਕੇਵਲ ਦਾਤ ਉੱਪਰ ਕੇਂਦਰਿਤ ਰਹਿ ਹੋ ਗਏ, ਤਾਂ ਉਦੋਂ ਦਵੈਤ ਪੈਦਾ ਹੋ ਗਿਆ। ਅਤੇ ਦਵੈਤ ਦਾ ਪੈਦਾ ਹੋਣ ਦਾ ਕਾਰਨ ਸੀ ਕਿ ਮੇਰਾ ਹੈ, ਜਦ ਕਿ ਤੇਰੇ ਜੀਵਨ ਨੂੰ ਸੁਹਾਵਣਾ ਬਣਾਉਣ ਲਈ ਪ੍ਰਭੂ ਨੇ ਸਗਲ ਬਖਸ਼ਿਸ਼ਾਂ ਤੇਰੇ ਉੱਪਰ ਨਾਜ਼ਲ ਕੀਤੀਆਂ ਸਨ। ਸੂਫੀ ਇੱਕ ਬੜਾ ਵੱਡਾ ਉਦਾਹਰਣ ਦਿੰਦੇ ਹਨ। ਕਹਿੰਦੇ ਇੱਕ ਹੁੰਦਾ ਮਾਲਕ, ਬਾਗ ਦਾ ਮਾਲਕ, ਇੱਕ ਉਹਨੇ ਰੱਖਿਆ ਹੁੰਦਾ ਮਾਲੀ। ਜੇ ਮੰਨ ਲਓ ਮਾਲੀ ਉਸ ਬਾਗ ਦੇ ਵਿੱਚੋਂ, ਉਸ ਬਗੀਚੇ ਦੇ ਵਿੱਚੋਂ, ਉਸ ਫੁੱਲਵਾੜੀ ਦੇ ਵਿੱਚੋਂ ਕੁਝ ਫਲ, ਕੁਝ ਫੁੱਲ ਤੋੜ ਕੇ ਕਿਸੇ ਟੋਕਰੀ ਆਦਿ ਸਜਾ ਕੇ ਉਸ ਬਾਗ ਦੇ ਮਾਲਕ ਨੂੰ, ਬਗੀਚੇ ਦੇ ਮਾਲਕ ਨੂੰ ਭੇਟ ਕਰ ਦੇਵੇ, ਤਾਂ ਕਿਹੜਾ ਉਹਦੇ ਵਿੱਚ ਇਹਦਾ ਕੁਝ ਲੱਗ ਰਿਹਾ ਹੈ? ਉਹਦਾ ਦਿੱਤਾ ਉਹਨੂੰ ਹੀ ਅਰਪਣ ਕਰ ਰਿਹਾ ਹੈ। ਦੁਨੀਆ ਦਾ, ਬ੍ਰਹਿਮੰਡ ਦਾ ਸਾਰਾ ਰਚਿਆ ਹੋਇਆ ਖੇਲ ਉਸ ਅਕਾਲ ਪੁਰਖ ਦਾ ਹੈ, ਅਤੇ ਇਸ ਰਚੇ ਹੋਏ ਖੇਲ ਦੇ ਵਿੱਚ ਹਰੇਕ ਦੇ ਜੀਵਨ ਦੀ ਮਹੱਤਤਾ ਬਣ ਜਾਵੇ, ਇਸ ਕਰਕੇ ਪਰਮੇਸ਼ਰ ਨੇ ਹਰੇਕ ਨੂੰ ਕਿਸੇ ਖਾਸ ਗੁਣਾਂ ਦੇ ਸਹਿਤ, ਖਾਸ ਵਿਸ਼ੇਸ਼ਤਾਵਾਂ ਦੇ ਨਾਲ ਨਿਵਾਜਿਆ ਹੈ। ਪਰ ਮਨੁੱਖ ਇਹਨਾਂ ਨੂੰ ਪ੍ਰਭੂ ਦਾ ਰੂਪ ਜਾਂ ਕਿਰਪਾ ਰੂਪ ਕਰਕੇ ਮੰਨਣ ਦੀ ਬਜਾਏ ਮੇਰਾ ਬਣਾਉਣਾ ਸ਼ੁਰੂ ਕਰ ਦਿੰਦਾ, ਅਤੇ ਉਦੋਂ ਦਵੈਤ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਵੈਤ ਛੱਡਣ ਦੀ ਸਭ ਤੋਂ ਸੌਖੀ ਸਥਿਤੀ ਹੈ ਮੇਰਾ, ਜਿਹੜਾ ਜਿਤਨਾ ਵੀ ਮੇਰੇ ਕੁਝ ਨਾਲ ਜੋੜਿਆ ਹੋਇਆ ਹੈ ਉਸ ਸਾਰੇ ਨੂੰ ਸਮਝ ਲਓ ਕਿ ਕਿਛ ਨਹੀਂ, ਉਹ ਮੇਰਾ ਨਹੀਂ ਹੈ। ਹੁਣ ਇਸ ਮੇਰੇ ਦੇ ਭਾਵ ਨੂੰ ਦੋ ਕੁਝ ਨੁਕਤਿਆਂ ਨਾਲ ਸਮਝਣ ਦਾ ਯਤਨ ਕਰੀਏ ਕਿ ਮੇਰਾ ਹੋਣ ਦੀ ਸਮੱਸਿਆ ਕਦੋਂ ਪੈਦਾ ਹੁੰਦੀ। ਜਦੋਂ ਮਨੁੱਖ ਆਪਣੇ ਆਪ ਨੂੰ ਆਤਮ ਸਮਝਦਾ ਹੈ ਤਾਂ ਉਹ ਸਮਝਦਾ ਹੈ ਮੇਰੀ ਕੋਈ ਲੋੜ ਨਹੀਂ, ਜਾਂ ਮੈਨੂੰ ਕਿਸੇ ਬਾਹਰੀ ਚੀਜ਼ ਦੇ ਨਾਲ ਆਪਣੇ ਆਪ ਨੂੰ ਪੂਰਾ ਨਹੀਂ ਕਰਨਾ ਪਏਗਾ। ਇਸ ਕਰਕੇ ਜਦੋਂ ਆਪਣੇ ਆਤਮ ਸਰੂਪ ਨੂੰ ਭੁੱਲ ਜਾਂਦਾ ਹੈ, ਜਿਵੇਂ ਇਸ ਨੂੰ ਸਰਲ ਕਹਿਣਾ ਹੋਵੇ
ਸਾਡੇ ਸਰੀਰ ਦਾ ਆਕਾਰ ਹੈ, ਸਰੀਰ ਦੀਆਂ ਲੋੜਾਂ ਵੀ ਹਨ ਅਤੇ ਸਰੀਰ ਨੇ ਸਪੇਸ ਵੀ ਘੇਰਨੀ ਹੈ। ਪਰ ਜਿਹੜਾ ਇਸ ਸਰੀਰ ਦਾ ਆਧਾਰ ਆਤਮ ਜੋਤ ਹੈ, ਨਾ ਤਾਂ ਉਹ ਆਕਾਰ ਵਿੱਚ ਹੈ ਅਤੇ ਨਾ ਉਹਦੀ ਕਿਸੇ ਤਰ੍ਹਾਂ ਦੀ ਲੋੜ ਹੈ ਅਤੇ ਨਾ ਉਹ ਕੋਈ ਥਾਂ ਘੇਰਦਾ ਹੈ। ਇਸ ਕਰਕੇ ਜਦੋਂ ਮਨੁੱਖ ਆਪਣੇ ਆਤਮ ਸਰੂਪ ਨੂੰ ਭੁੱਲ ਜਾਂਦਾ ਹੈ, ਉਹ ਸਰੀਰ ਕੇਂਦਰਿਤ ਚੇਤਨਾ ਵਾਲਾ ਜੀਵਨ ਜਿਉਣ ਲੱਗ ਪੈਂਦਾ ਹੈ। ਫਿਰ ਉਹ ਸਰੀਰ ਦੀ ਉਹਨੂੰ ਅਧੂਰਾਪਣ ਲੱਗਦਾ ਹੈ। ਇਸ ਕਰਕੇ ਭਗਤ ਜਨਾਂ ਨੇ ਤਾਂ ਭੁੱਖ ਨੂੰ ਵੀ ਬੜਾ ਵੱਡਾ ਜਿਹੜਾ ਹੈ ਇੱਕ ਦੁੱਖ ਮੰਨਿਆ ਹੈ ਕਿ ਇਹਦੇ ਕਰਕੇ ਬੰਦੇ ਨੂੰ ਜ਼ਿੰਦਗੀ ਭਰ ਪਰਿਸ਼ਰਮ ਕਰਨਾ ਪੈਂਦਾ ਹੈ ਅਤੇ ਇਸ ਪਰਿਸ਼ਰਮ ਕਰਕੇ ਮਨੁੱਖ ਕਈ ਵਾਰੀ ਪਾਪ ਦੀ ਸਥਿਤੀ ਵਿੱਚ ਵੀ ਗਲਤਾਨ ਹੋ ਜਾਂਦਾ ਹੈ। ਇਸ ਕਰਕੇ ਜਦੋਂ ਮਨੁੱਖ ਸਰੀਰ ਤਲ 'ਤੇ ਕੇਂਦਰਿਤ ਹੁੰਦਾ, ਫਿਰ ਸਰੀਰ ਦੇ ਵਿੱਚ ਮਨ ਪੈਦਾ ਹੋ ਜਾਂਦਾ। ਜਦੋਂ ਚੇਤਨਾ ਕੇਵਲ ਰੱਬੀ ਰੂਪ ਤੱਕ ਰੰਗੀ ਹੋਈ ਸੀ, ਉਦੋਂ ਸੰਸਾਰ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਸੀ। ਹੌਲੀ ਹੌਲੀ ਬੋਧ ਪੈਦਾ ਸ਼ੁਰੂ ਹੋਣਾ ਹੋ ਗਿਆ, ਆਪਣੀ ਆਤਮ ਸਰੂਪ ਦਾ ਚੇਤਾ ਵਿਸਰ ਗਿਆ। ਪਹਿਲੀ ਦਫਾ ਖਿਡੌਣਿਆਂ ਨਾਲ ਵਾਹ ਪਿਆ ਤਾਂ ਉਹਨਾਂ ਦੇ ਵੀ ਭਾਵ ਅਜੇ ਗੂੜੇ ਨਹੀਂ ਹਨ। ਕੁਝ ਸਾਲਾਂ ਬਾਅਦ ਉਹਨਾਂ ਖਿਡੌਣਿਆਂ ਦੇ ਉੱਪਰ ਮੇਰਾ ਹੋਣ ਦੀ ਛਾਪ ਮਨੁੱਖ ਦੀ ਲੱਗਣੀ ਸ਼ੁਰੂ ਹੋ ਗਈ ਅਤੇ ਜਦੋਂ ਉਹਦੇ ਕੁਛ ਡਵਾਉਂਦੇ ਹਾਂ ਜਿਹਨੇ ਉਸ ਨੂੰ ਮੇਰਾ ਮੰਨਿਆ ਹੋਇਆ ਹੈ, ਉਦੋਂ ਉਹ ਇਤਰਾਜ਼ ਕਰਦਾ ਹੈ। ਇਸ ਕਰਕੇ ਮੇਰਾ ਹੋਣ ਦੀ ਸਮੱਸਿਆ ਮਨੁੱਖ ਦੇ ਜਨਮ ਦੇ ਨਾਲ ਹੀ ਪੈਦਾ ਹੋ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮੇਰਾ ਦੇ ਭਾਵ ਵਿੱਚ ਰਹਿੰਦੇ ਹਨ, ਉਹ ਜੀਵਨ ਭਰ ਸੰਸਾਰੀ ਰਹਿੰਦੇ ਹਨ। ਅਤੇ ਇੱਕ ਦੂਜੀ ਗੱਲ, ਜਦ ਸਾਡੀ ਮੇਰੇ ਦਾ ਭਾਵ ਤੇਰਾ ਦੇ ਸਾਹਮਣੇ ਖੜਾ ਹੋਏਗਾ ਤਾਂ ਬੜਾ ਛੋਟਾ ਸਾਬਤ ਹੋ ਜਾਏਗਾ। ਇਹਦਾ ਸਰਲ ਰੂਪ ਦੇ ਵਿੱਚ ਆਪਦੇ ਸਨਮੁਖ ਜ਼ਿਕਰ ਰੱਖਦਿਆਂ, ਦੁਨੀਆ ਦੇ ਵਿੱਚ ਸੰਪੱਤੀ ਦੇ ਨੁਕਤੇ ਤੋਂ ਜਾਂ ਦੁਨੀਆ ਦੇ ਕਿਸੇ ਵੀ ਵਸਤ ਦੇ ਨੁਕਤੇ ਤੋਂ ਜੋ ਝਗੜਾ ਹੈ ਉਹ ਮੇਰਾ ਕਰਕੇ ਹੈ। ਮੇਰਾ ਕਰਕੇ ਭਾਵ ਜਿਵੇਂ ਕੋਈ ਵਸਤ ਹੈ, ਉਹਦਾ ਇੱਕ ਜਾਣਾ ਕਹਿ ਦਿੱਤਾ, ਇੱਕ ਕਹਿ ਦਵੇ ਕਿ ਇਹ ਮੇਰਾ ਹੈ, ਯਕੀਨਨ ਉਹਦੇ ਕਬਜ਼ੇ ਦੀ, ਉਹਦੇ ਪਕੜ ਦੇ ਲਈ ਦੂਜਾ ਵੀ ਪੈਦਾ ਹੋਏਗਾ। ਮੇਰਾ ਦੇ ਸਾਹਮਣੇ ਫਿਰ ਮੇਰਾ ਪੈਦਾ ਹੋ ਜਾਏਗਾ। ਜੇ ਇਸ ਸਥਿਤੀ ਵਿੱਚ ਕੋਈ ਤੇਰਾ ਕਹਿ ਦੇਵੇਗਾ ਤਾਂ ਜਿਹੜਾ ਝਗੜਾ ਹੈ ਜਾਂ ਤਣਾਅ ਹੈ ਉਹ ਤੋਂ ਉਤਪੰਨ ਨਹੀਂ ਹੋਏਗਾ। ਇਸ ਕਰਕੇ ਦੁਨੀਆ ਦੇ ਵਿੱਚ ਜੇ ਸੰਸਾਰੀਆਂ ਨੇ ਮੇਰ ਕਰਕੇ ਬੜੇ ਝਗੜੇ ਪੈਦਾ ਕੀਤੇ ਹਨ, ਮੇਰਾ ਘਰ, ਮੇਰਾ ਪਰਿਵਾਰ, ਮੇਰਾ ਦੇਸ਼, ਮੇਰਾ ਪਦਾਰਥ, ਪਰ ਇਸ ਗੱਲ ਤੋਂ ਅਣਜਾਣ ਹਨ ਕਿ ਇਹ ਸਭ ਕੁਝ ਉਸ ਦਾ ਉਤਪਤ ਕੀਤਾ ਹੋਇਆ ਹੈ। ਅਸੀਂ ਕੇਵਲ ਇਹਦੇ ਵਰਤੋਂਕਾਰ ਹਾਂ। ਅਸੀਂ ਕੇਵਲ ਇਹਦੇ ਵਰਤੋਂਕਾਰ ਹਾਂ। ਅਤੇ ਵਰਤੋਂਕਾਰ ਹੁੰਦਿਆਂ ਇੱਕ ਹੋਰ ਵੀ ਇਹਦੇ ਸੰਬੰਧ ਵਿੱਚ ਅਰਜ਼ ਕਰਦਿਆਂ, ਵੈਸੇ ਅਸੀਂ ਦੁਨਿਆਵੀ ਤੌਰ 'ਤੇ ਇਮਾਨਦਾਰ ਹਾਂ, ਅਧਿਆਤਮਿਕ ਤੌਰ 'ਤੇ ਨਹੀਂ। ਦੁਨਿਆਵੀ ਤੌਰ 'ਤੇ ਇਵੇਂ ਹੈ, ਕਿਸੇ ਦੀ ਜ਼ਮੀਨ ਦਾ ਟੁਕੜਾ ਜਿਹਦੇ ਉੱਪਰ ਉਹਦੇ ਨਾਂ ਦਾ ਬੋਰਡ ਆਦਿਕ ਲੱਗਾ ਹੋਵੇ, ਅਸੀਂ ਕਦੀ ਦਾਅਵਾ ਨਹੀਂ ਜਤਾਉਂਦੇ, ਕਾਨੂੰਨੀ ਗੈਰ ਕਾਨੂੰਨੀ ਕਦੀ ਨਹੀਂ ਯਤਨ ਕਰਦੇ, ਕਿਉਂਕਿ ਪਤਾ ਇਹ ਕਿਸੇ ਦੂਜੇ ਸ਼ਖਸ ਦੀ ਜ਼ਮੀਨ ਦਾ ਟੁਕੜਾ ਹੈ ਜਾਂ ਉਹਦਾ ਧਨ ਆਦਿਕ ਹੈ। ਦੁਨਿਆਵੀ ਕਿਸਮ 'ਚ ਅਸੀਂ ਇੰਝ ਕਰਦੇ ਹਾਂ। ਅਧਿਆਤਮਿਕ ਤੌਰ 'ਤੇ ਸਾਨੂੰ ਪ੍ਰਭੂ ਵੱਲੋਂ ਸੁੰਦਰ ਰੂਪ ਮਿਲਿਆ ਹੈ, ਸੁੰਦਰ ਬੁੱਧ ਮਿਲੀ ਹੈ, ਜਾਂ ਇਸ ਅਮੋਲਕ ਜੀਵਨ ਦੇ ਕਰਕੇ ਬੜਾ ਧਨ ਕਮਾ ਲਿਆ ਹੈ। ਇਸ ਸਾਰੇ ਦੇ ਉੱਪਰ ਅਸੀਂ ਮੇਰਾ ਹੋਣ ਦੀ ਛਾਪ ਲਗਾਉਣ ਦੇ ਲਈ ਕਾਹਲੇ ਰਹਿੰਦੇ ਹਾਂ। ਦੁਨਿਆਵੀ ਪੱਖ 'ਚ ਇਮਾਨਦਾਰ ਹਾਂ ਕਿ ਦੁਨਿਆਵੀ ਤੌਰ 'ਤੇ ਪਤਾ ਲੱਗ ਜੇ ਕਿ ਇਹ ਸੰਪੱਤੀ ਕਿਸੇ ਹੋਰ ਦੀ ਹੈ, ਕਦੀ ਦਾਅਵਾ ਨਹੀਂ ਜਤਾਉਂਦੇ ਜਾਂ ਕਦੀ ਝਗੜਾ ਨਹੀਂ ਪੈਦਾ ਕਰਦੇ ਜਾਂ ਕਦੀ ਇਸ ਤਰ੍ਹਾਂ ਦਾ ਅਹੰਕਾਰ ਨਹੀਂ ਜਤਾਉਂਦੇ। ਪਰ ਅਧਿਆਤਮਿਕ ਤਲ 'ਤੇ ਜਦੋਂ ਜਾਣਨਾ ਹੈ ਕਿ ਸਿਰਜਣਹਾਰ ਪ੍ਰਭੂ ਨੇ ਸਾਰਾ ਕੁਝ ਦਿੱਤਾ ਹੈ, ਉਦੋਂ ਆਪਣੀ ਮੈਂ ਮੇਰੀ ਦਾ ਤਖੱਲਸ ਵਧੀਕ ਲਗਾਉਂਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੇਰਾ ਮੁਝ ਮੈਂ ਕਿਛ ਨਹੀਂ। ਜਿਹੜੀ ਮੇਰਾ ਹੋਣ ਦੀ ਸਮੱਸਿਆ ਹੈ ਉਹ ਮਨੁੱਖ ਦੇ ਅਧੂਰੇਪਣ 'ਚੋਂ ਪੈਦਾ ਹੁੰਦੀ। ਇਸ ਕਰਕੇ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਪੁਰਖ ਹਨ, ਇੱਕ ਹਨ ਸੰਸਾਰੀ ਅਤੇ ਇੱਕ ਹਨ ਨਿਰੰਕਾਰੀ। ਸੰਸਾਰੀਆਂ ਦੇ ਵਿੱਚ ਆਉਂਦਾ ਹੈ ਜਿਹੜੇ ਭੂਮੀਪਤੀ ਹਨ, ਜਿਨ੍ਹਾਂ ਕੋਲ ਬੜੀ ਸੰਪੱਤੀ ਹੈ, ਰਾਜਨੀਤਿਕ ਲੋਕ ਜਾਂ ਹੋਰ ਜਿਹੜੀਆਂ ਸ਼੍ਰੇਣੀਆਂ ਦੇ ਉਦਯੋਗਪਤੀ ਲੋਕ, ਇਹ ਸੰਸਾਰੀ ਦੀ ਕੈਟਾਗਰੀ ਵਿੱਚ ਆਉਂਦੇ ਹਨ। ਕਿਉਂਕਿ ਇਹ ਬੜਾ ਕੁਝ ਸੰਚਣ ਨੂੰ ਅਤੇ ਬੜੇ ਕੁਝ ਦਾ ਪਸਾਰਾ ਕਰਨ ਨੂੰ ਹੀ ਜੀਵਨ ਮੰਨਦੇ ਹਨ। ਇਸ ਕਰਕੇ ਭੂਮੀਪਤੀ ਚਾਹੁੰਦਾ ਹੈ ਕਿ ਅੱਜ 100 ਏਕੜ ਤੱਕ ਮੇਰੀ ਸਮਰੱਥਾ ਹੈ, ਮੇਰਾ ਹੋਣ ਦਾ ਦਾਅਵਾ ਮੇਰਾ 100 ਏਕੜ 'ਤੇ ਚੱਲਦਾ ਹੈ, ਇਹ 1000 'ਤੇ ਹੋਣਾ ਚਾਹੀਦਾ, 1000 ਵਾਲਾ 10,000 ਤੱਕ ਜਾਂਦਾ।
ਇਹ ਸੰਸਾਰੀ ਕਿਸਮ ਦੇ ਲੋਕ ਜਦੋਂ ਮੇਰਾ ਦੀ ਵਲਗਣ ਵਿੱਚ ਫਸਦੇ ਹਨ ਤੇ ਜਗਤ ਦੇ ਲਈ ਦੁੱਖ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਨਿਰੰਕਾਰੀ ਸੁਭਾਅ ਦੇ ਪੁਰਸ਼ ਹੁੰਦੇ ਹਨ, ਉਹ ਜਿਨ੍ਹਾਂ ਦੇ ਜੀਵਨ 'ਚ ਤੇਰਾ ਦਾ ਭਾਵ ਵਧੇਕ ਹੁੰਦਾ ਹੈ। ਇਹ ਸੰਤ ਪੁਰਖ ਹੁੰਦੇ ਹਨ, ਸੰਤ ਫਕੀਰ ਜਾਂ ਜਿਹੜੇ ਵਰਤਮਾਨ ਸਮੇਂ ਦੇ ਵਿੱਚ ਇਨਸਾਨੀਅਤ ਪਸੰਦ ਲੋਕ ਨੇ, ਜਿਹੜਾ ਗਿਵਿੰਗ ਦੀ ਭਾਵਨਾ ਨੂੰ ਜ਼ਿਆਦਾ ਪ੍ਰਮੁੱਖ ਰੱਖਦੇ ਨੇ। ਇਹਨਾਂ ਕਰਕੇ ਜਗਤ ਵਿੱਚ ਸਕੂਨ ਬਣਿਆ ਹੋਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਿ ਮੇਰਾ ਦਾ ਭਾਵ ਮਨੁੱਖ ਦੇ ਅੰਦਰ ਕਿੰਨਾ ਗਹਿਰਾ ਚਲਿਆ ਜਾਂਦਾ ਹੈ। ਮਨੁੱਖ ਜੀਵਨ ਦੇ ਵਿੱਚ ਪਹਿਲੀ ਦਫਾ ਖਿਡੌਣਿਆਂ ਕਰਕੇ ਰੋਇਆ। ਖਿਡੌਣਾ ਜਦ ਖੋਹ ਲਿਆ ਜਾਂਦਾ ਮਨੁੱਖ ਰੋਂਦਾ ਹੈ। ਫਿਰ ਹੌਲੀ ਹੌਲੀ ਚੇਤਨਾ ਵਿਕਸਿਤ ਹੁੰਦੀ ਗਈ ਪਦਾਰਥਕ ਤਲ 'ਤੇ। ਫਿਰ ਸੰਬੰਧੀਆਂ ਨੂੰ ਮੇਰਾ ਕਹਿਣਾ ਸ਼ੁਰੂ ਕੀਤਾ। ਜਦ ਕਿ ਇਹ ਵੀ ਇੱਕ ਜੀਵਨ ਦੀ ਸਥਿਤੀ ਹੈ ਕਿ ਜਿਸ ਸਮੇਂ ਜਿਨ੍ਹਾਂ ਦੇ ਗ੍ਰਹਿ ਵਿਖੇ ਪੈਦਾ ਹੋਇਆ ਸੀ, ਕੋਈ ਇਲਮ ਨਹੀਂ ਸੀ ਕਿ ਜਿਸ ਨੇ ਜਨਮ ਦਿੱਤਾ ਉਹ ਮੇਰੀ ਮਾਤਾ ਹੈ ਅਤੇ ਜਿਹੜੇ ਮੇਰੇ ਜੀਵਨ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸੰਭਾਲੇਗਾ ਉਹ ਮੇਰਾ ਪਤਾ। ਇਸ ਗੱਲ ਦਾ ਵੀ ਇਲਮ ਨਹੀਂ ਸੀ। ਜਿਉਂ-ਜਿਉਂ ਇਲਮ ਵਿਕਸਿਤ ਹੋਇਆ, ਪਹਿਲਾਂ ਖਿਡੌਣਿਆਂ ਨੂੰ ਆਪਣਾ ਕਿਹਾ, ਫਿਰ ਮਾਤਾ ਪਿਤਾ ਸੰਬੰਧੀਆਂ ਨੂੰ ਆਪਣਾ ਕਿਹਾ। ਫਿਰ ਜੀਵਨ ਦੇ ਵਿੱਚ ਜਿਵੇਂ ਜਿਵੇਂ ਮੇਰਾ ਹੋਣ ਦਾ ਬੋਧ ਹੋ ਗਿਆ, ਫਿਰ ਵਿਕਾਰਾਂ ਦੇ ਅਧੀਨ ਹੋ ਗਿਆ ਅਤੇ ਸਰੀਰ ਦੇ ਬਲ ਦੀ ਵਰਤੋਂ ਮਾਇਆ ਦੇ ਅਨੁਸਾਰ ਕਰਨੀ ਸ਼ੁਰੂ ਕਰ ਦਿੱਤੀ। ਫਿਰ ਗ੍ਰਸਤ ਦੇ ਵਿੱਚ ਅੱਗੇ ਜਾ ਕੇ ਹਰੇਕ ਚੀਜ਼ ਨਾਲ ਜੁੜਦਾ ਗਿਆ ਅਤੇ ਇੰਨਾ ਜ਼ਿਆਦਾ ਮੈਂ ਮੇਰੀ ਦਾ ਗੁਲਾਮ ਹੋ ਗਿਆ ਮਨੁੱਖ ਕਿ ਜਦੋਂ ਜੀਵਨ ਦੇ ਵਿੱਚ, ਇਸ ਕਰਕੇ ਸੂਫੀ ਫਕੀਰ ਆਖਦੇ ਹਨ ਕਿ ਮੌਤ ਬੰਦਿਆਂ ਨੂੰ ਤਾਂ ਆਉਂਦੀ ਹੈ, ਇਸ ਕਰਕੇ ਨਹੀਂ ਕਿ ਉਹਨਾਂ ਦੇ ਤੱਤ ਬੁੱਢੇ ਹੋ ਜਾਂਦੇ। ਮੌਤ ਇਸ ਕਰਕੇ ਜੀਵਾਂ ਨੂੰ ਆਉਂਦੀ ਹੈ ਕਿ ਜਿਹੜੀ ਮੇਰਾ ਹੋਣ ਦੀ ਬੜੀ ਸਖਤ ਪਕੜ ਬਣੀ ਹੁੰਦੀ ਹੈ, ਜਿਹਨੂੰ ਸੰਸਾਰ ਦੇ ਕੁੱਲ ਸੰਸਾਰ ਵੀ ਨਹੀਂ ਛਡਾ ਸਕਦਾ, ਉਹਨੂੰ ਫਿਰ ਪ੍ਰਭੂ ਕਾਲ ਦੀ ਸਖਤ ਮਾਰ ਦੇ ਨਾਲ ਤੋੜਦਾ ਹੈ ਅਤੇ ਫਿਰ ਉਹ ਗਿਆਨ ਕਰਵਾ ਦਿੰਦਾ ਹੈ ਕਿ ਸਰੀਰ ਦਾ ਗੁਮਾਨ ਸੀ ਤੇਰੇ ਕੋਲ, ਪਰ ਸਰੀਰ ਦਾ ਆਧਾਰ ਆਤਮਾ ਪ੍ਰਭੂ ਦੇ ਆਪਣੇ ਅਧੀਨ ਹੈ। ਇਸ ਕਰਕੇ ਇਸ ਤੇਰਾ ਦੇ ਸਾਹਮਣੇ ਆਪਣੇ ਮੇਰੇ ਹੋਣ ਦੀ ਪਛਾਣ ਕਰ, ਤੂੰ ਕਿੰਨਾ ਛੋਟਾ ਹੈ। ਸਾਡੇ ਜੀਵਨ ਦਾ ਬਾਹਰਲਾ ਪਸਾਰਾ ਕਿੰਨਾ ਲੰਮਾ ਹੈ, ਪਰਿਵਾਰ, ਪਦਾਰਥ, ਦੁਨਿਆਵੀ ਪ੍ਰਤਿਭਾਵਾਂ, ਕਿੰਨਾ ਕੁਝ, ਪਰ ਇਹ ਸਾਰਾ ਕੁਝ ਤੁੱਛ ਸਾਬਤ ਹੋ ਜਾਂਦਾ ਹੈ ਜਦੋਂ ਪੰਜਾਂ ਤੱਤਾਂ ਦੇ ਸਰੀਰ ਵਿੱਚੋਂ ਜਿਹੜਾ ਸਰਵਉੱਚ ਤੱਤ ਸਾਡਾ ਆਤਮ ਜੁਦਾ ਹੋ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ। ਸਾਨੂੰ ਗੁਰਬਾਣੀ ਵਿੱਚ ਬੜੇ ਕਮਾਲ ਦੇ ਪ੍ਰਮਾਣ ਗੁਰੂ ਸਾਹਿਬ ਜੀ ਨੇ ਸਮਝਾਏ ਹਨ। ਇੱਕ ਪੰਛੀ ਹੈ, ਪੰਛੀਆਂ ਦੇ ਜੀਵਨ ਦੀ ਉਦਾਹਰਣ ਦਿੰਦੇ ਹਨ ਭਗਤ ਰਵਿਦਾਸ ਜੀ। ਕਹਿੰਦੇ ਇੱਕ ਪੰਛੀ ਅੱਜ ਕਿਸੇ ਰੁੱਖ 'ਤੇ ਬੈਠਦਾ ਹੈ, ਜਾਂ ਮਤਲਬ ਉਹ ਆਪਣਾ ਆਲਣਾ ਵੀ ਜਿਸ ਰੁੱਖ 'ਤੇ ਬਣਾ ਲਏ, ਉਸ ਆਲਣੇ ਦੇ ਵਿੱਚ ਉਹ ਕਈ ਮਹੀਨੇ ਕਈ ਸਾਲ ਬਤੀਤ ਕਰੇ, ਪਰ ਉਹਦਾ ਜਲਦੀ ਕੀਤਿਆਂ ਉਹ ਉਹਦੇ ਉੱਤੇ ਆਪਣਾ ਅਧਿਕਾਰ ਦਾਅਵਾ ਪ੍ਰਗਟ ਨਹੀਂ ਕਰਦਾ। ਇਸ ਕਰਕੇ ਗੁਰੂ ਸਾਹਿਬ ਭਗਤ ਰਵਿਦਾਸ ਜੀ ਕਹਿੰਦੇ ਹਨ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਪੰਛੀਆਂ ਦੇ ਰਹਿਣ ਮਾਤਰ ਹੀ ਹੈ ਸਾਡਾ ਜੀਵਨ। ਇਸ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਸ ਕਰਕੇ ਮੇਰਾ ਦਾ ਭਾਵ ਨਾ ਸੰਚਿਤ ਹੋਵੇ, ਸੰਸਾਰ ਨੂੰ ਸਰਾਂ ਕਿਹਾ ਜਾਂਦਾ। ਕਹਿੰਦੇ ਕੋਈ ਸੂਫੀ, ਕੋਈ ਉੱਤਮ ਮਹਾਤਮਾ ਕਿਸੇ ਰਾਜ ਦਰਬਾਰ ਦੇ ਵਿੱਚ ਚਲਾ ਗਿਆ, ਉਹਨਾਂ ਦੇ ਸੋਹਣੇ ਕਾਲੀਨ ਆਦਿਕ ਵਿਸ਼ੇ ਹੋਏ ਸਨ, ਉਹਨਾਂ ਦੇ ਉੱਪਰ ਜਾ ਕੇ ਲੇਟ ਗਿਆ। ਉਹ ਰਾਜ ਮਹਿਲਾਂ ਦਾ ਜਿਹੜਾ ਮਾਲਕ ਸੀ, ਰਾਜਾ ਆਦਿਕ ਆਇਆ, ਉਹ ਕਹਿਣ ਲੱਗਾ ਕਿ ਤੁਸੀਂ ਇੱਥੇ ਬੜੀ ਬੇਪਰਵਾਹੀ ਨਾਲ ਬੈਠੇ ਹੋਏ ਹੋ, ਤੁਹਾਨੂੰ ਖਿਆਲ ਹੋਣਾ ਚਾਹੀਦਾ ਇਹ ਥਾਂ ਮੇਰਾ ਹੈ। ਅਤੇ ਉਹ ਸੂਫੀ ਫਕੀਰ ਕਹਿਣ ਲੱਗਾ ਨਹੀਂ ਇਹ ਤਾਂ ਸਰਾਂ ਹੈ। ਕਹਿਣ ਲੱਗਾ ਨਹੀਂ ਤੁਹਾਨੂੰ ਭੁਲੇਖਾ ਲੱਗਾ ਹੈ, ਗੌਰ ਨਾਲ ਦੇਖੋ, ਸਰਾਂ ਦੇ ਵਿੱਚ ਇੰਨੀ ਖੂਬਸੂਰਤੀ, ਇੰਨੀਆਂ ਕੀਮਤੀ ਚੀਜ਼ਾਂ ਨਹੀਂ ਪਈਆਂ ਹੁੰਦੀਆਂ, ਨਾਲੇ ਸਰਾਵਾਂ ਦੇ ਵਿੱਚ ਮੁਸਾਫਰਾਂ ਦੀ ਭਰਮਾਰ ਹੁੰਦੀ ਹੈ, ਇੱਥੇ ਕੋਈ ਨਹੀਂ ਹੈ, ਇਸ ਕਰਕੇ ਮੇਰਾ ਰਾਜ ਮਹਿਲ ਹੈ। ਉਹ ਫਕੀਰ ਕਹਿਣ ਲੱਗਾ ਨਹੀਂ ਇਹ ਸਰਾਂ ਹੈ, ਮੈਨੂੰ ਚੰਗੀ ਤਰ੍ਹਾਂ ਪਤਾ, ਮੈਂ ਤਾਂ ਹੀ ਤਾਂ ਇੱਥੇ ਆਇਆ। ਉਹ ਰਾਜਾ ਥੋੜ੍ਹਾ ਸਹਿਜ ਸੁਭਾਅ ਵਾਲਾ ਸੀ, ਕਹਿਣ ਲੱਗਾ ਤੁਹਾਨੂੰ ਹੋ ਸਕਦਾ ਭੁਲੇਖਾ ਪਿਆ ਹੋਵੇ, ਕੋਈ ਦੂਸਰੀ ਸਰਾਂ ਦੇਖੀ ਹੋਵੇ ਅਤੇ ਉਹਦਾ ਥੋੜ੍ਹਾ ਬਹੁਤਾ ਤੁਹਾਡੇ ਅੰਦਰ ਨਕਸ਼ ਰਹਿ ਗਿਆ ਹੋਵੇ, ਤੁਸੀਂ ਉਹਦੇ ਨਾਲ ਤੁਲਨਾ ਦੇ ਕੇ ਇਹਨੂੰ ਸਰਾਂ ਕਹੀ ਜਾ ਰਹੇ ਹੋ। ਕਹਿਣ ਲੱਗਾ ਨਹੀਂ ਮੈਨੂੰ ਬਿਲਕੁਲ ਯਾਦ ਹੈ ਇਹ ਸਰਾਂ ਹੈ। ਅਤੇ ਉਹ ਰਾਜਾ ਥੋੜ੍ਹਾ ਕਾਹਲਾ ਪੈ ਗਿਆ, ਉਹਨਾਂ ਮਹਿਲਾਂ ਦਾ ਮਾਲਕ ਕਹਿਣ ਲੱਗਾ ਚੱਲ ਤੁਸੀਂ ਦੱਸੋ ਇਹ ਕਿਹੜੇ ਰੂਪ 'ਚ ਤੁਹਾਨੂੰ ਸਰਾਂ ਲੱਗਦੀ ਹੈ।
ਉਹ ਫਕੀਰ ਕਹਿਣ ਲੱਗਾ ਕਿ ਅੱਜ ਤੂੰ ਮਾਲਕ ਹੈ, ਅੱਜ ਤੂੰ ਇਸ ਨੂੰ ਆਪਣੇ ਆਪ ਨੂੰ ਇਹਦਾ ਮਾਲਕ ਖਵਾਉਣਾ, ਤੇਰੇ ਤੋਂ ਪਹਿਲਾਂ ਕੌਣ ਸੀ? ਕਹਿੰਦਾ ਮੇਰੇ ਦਾਦਾ। ਉਸ ਤੋਂ ਪਹਿਲਾਂ ਕਹਿੰਦਾ ਮੇਰੇ ਪੜਦਾਦਾ। ਉਹ ਲੰਬਾ ਗਣਾਉਂਦਾ ਗਿਆ, ਕਹਿਣ ਲੱਗਾ ਆਰੰਭਕ ਮਾਲਕ ਇਹਦਾ ਕੌਣ ਸੀ? ਆਰੰਭਕ ਜਿਹੜਾ ਪਹਿਲਾ ਇਹਦਾ ਮਾਲਕ ਸੀ ਉਹ ਕੌਣ ਸੀ? ਰਾਜਾ ਕਹਿੰਦਾ ਉਹਦੇ ਤੋਂ ਬਾਰੇ ਪਤਾ ਨਹੀਂ। ਫਕੀਰ ਕਹਿਣ ਲੱਗਾ ਆਰੰਭ ਦੇ ਵਿੱਚ ਇਕੱਲੀ ਸ੍ਰਿਸ਼ਟੀ ਹੀ ਸੀ ਅਤੇ ਇਹ ਪ੍ਰਭੂ ਦੀ ਰਚਨਾ ਸੀ। ਮਨੁੱਖ ਪੈਦਾ ਹੋਇਆ ਅਤੇ ਮਨੁੱਖ ਨੇ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੇ ਲਈ ਜਾਂ ਆਪਣੇ ਆਪ ਦੇ ਪ੍ਰਬੰਧ ਦੇ ਲਈ ਇੱਕ ਮਕਾਨ ਖੜਾ ਕੀਤਾ ਅਤੇ ਹੌਲੀ ਹੌਲੀ ਆਪਣੇ ਜੀਵਨ ਦੀ ਲੋੜ ਲਈ ਪੈਦਾ ਕੀਤਾ ਸੀ ਕਿ ਕੁਦਰਤੀ ਆਫਤ ਦਾ ਮੀਂਹ ਆਉਂਦਾ ਹੈ, ਹਨੇਰੀ ਆਉਂਦੀ ਹੈ, ਹੋਰ ਜਿਹੜੀਆਂ ਪ੍ਰਕਿਰਤਿਕ ਪ੍ਰਭਾਵਾਂ ਕਰਕੇ ਜੀਵਨ ਦੇ ਵਿੱਚ ਕਸ਼ਮਕਸ਼ ਵਾਪਰ ਜਾਂਦੀ ਹੈ। ਕੇਵਲ ਉਹਦੇ ਪ੍ਰਬੰਧ ਦੇ ਲਈ ਇੱਕ ਮਕਾਨ ਉਸਾਰਿਆ ਸੀ ਸਾਦਾ ਜਿਹਾ। ਹੌਲੀ ਹੌਲੀ ਉਸ ਮਕਾਨ ਨੂੰ ਆਲੀਸ਼ਾਨ ਕਰਦਾ ਗਿਆ। ਪਹਿਲੀ ਦਫਾ ਮੇਰਾ ਨਹੀਂ ਸੀ, ਪਹਿਲੀ ਕੇਵਲ ਇਸ ਸ੍ਰਿਸ਼ਟੀ ਨੂੰ ਵਰਤਣ ਦਾ ਥੋੜ੍ਹਾ ਜਿਹਾ ਹਿੱਸਾ ਵਰਤਿਆ ਸੀ। ਹੌਲੀ ਹੌਲੀ ਮੇਰਾ ਇੰਨਾ ਪੀੜਾ ਹੁੰਦੀ ਗਈ ਕਿ ਅੱਜ ਤੂੰ ਕਹਿ ਰਿਹਾ ਮੇਰਾ ਰਾਜ ਮਹਿਲ ਹੈ, ਪਰ ਇਹਦੇ ਨਾਲ ਇੱਕ ਅਸਲੀਅਤ ਇਹ ਵੀ ਹੈ ਕਿ ਜਿਹੜੇ ਤੇਰੇ ਤੋਂ ਪਹਿਲਾਂ ਖਵਾਉਣ ਵਾਲੇ ਮਾਲਕ ਤੁਰ ਗਏ ਨੇ, ਤੁਰ ਤੂੰ ਵੀ ਜਾਏਗਾ। ਇਹਦਾ ਮਤਲਬ ਹੈ ਜਿਵੇਂ ਸਰਾਵਾਂ ਨੂੰ ਕੋਈ ਨਾਲ ਨਹੀਂ ਜਾਂਦਾ, ਇਸ ਕਰਕੇ ਤੇਰਾ ਮਹਿਲ ਸਰਾਂ ਦੀ ਨਿਆਈ ਹੈ, ਭਾਵ ਕਿ ਇਸ ਥਾਂ ਤੋਂ ਕਈ ਲੱਦ ਗਏ ਹਨ, ਕਈ ਲੱਦ ਜਾਣੇ ਹਨ, ਪਰ ਵਿਅਰਥ ਦੇ ਵਿੱਚ ਮਨੁੱਖ ਭਰਮ 'ਚ ਪਿਆ ਰਹਿੰਦਾ ਹੈ ਕਿ ਇਹ ਮੇਰਾ ਹੈ। ਇਸ ਕਰਕੇ ਇੱਕ ਹੋਰ ਵੀ ਮਨੋਵਿਗਿਆਨਕ ਨੁਕਤਾ ਦੱਸਦੇ ਹਾਂ ਕਿ ਮੇਰਾ ਹੋਣ ਦੇ ਵਿੱਚ ਮਨੋਵਿਗਿਆਨਕ ਕੀ ਹੈ। ਜਿਹੜੇ ਮਨੁੱਖਾਂ ਦੇ ਅੰਦਰ ਮੇਰਾ ਹੋਣ ਦੀ ਜ਼ਿਆਦਾ ਪਕੜ ਹੁੰਦੀ ਹੈ ਉਹ ਅਧਿਕ ਦੁਖੀ ਹਨ ਇਸ ਸੰਸਾਰ ਦੇ ਵਿੱਚ। ਜਿਹੜਾ ਜਿੰਨਾ ਜ਼ਿਆਦਾ ਮੇਰਾ ਦੇ ਭਾਵ ਵਿੱਚ ਹੋਏਗਾ ਓਨਾ ਜ਼ਿਆਦਾ ਦੁਖੀ ਹੋਏਗਾ। ਕਿਵੇਂ? ਇਹਨੂੰ ਪਰਿਵਾਰਕ ਤਲ 'ਤੇ ਵਾਚੀ। ਔਲਾਦ ਨਿਰਮਿਤ ਹੋਈ ਹੈ ਸਾਡੇ ਤੋਂ, ਉਹਨੂੰ ਮੇਰਾ ਸਮਝ ਰਹੇ ਹਨ। ਫਿਰ ਮੇਰਾ ਸਮਝਣ ਦੇ ਵਿੱਚ ਕੁਝ ਠੀਕ ਵੀ ਹੈ ਅਤੇ ਕੁਝ ਗਲਤ ਵੀ ਹੈ, ਪਰ ਮੇਰਾ ਜਿਹੜਾ ਵਰਤਮਾਨ ਵੱਖੋ ਵੱਖ ਸੁਸਾਇਟੀਆਂ ਦਾ ਅਭਿਆਸ ਹੁੰਦਾ ਹੈ, ਹੁਣ ਮੇਰਾ ਸਮਝਣ ਪਹਿਲੀ ਗੱਲ ਸਮਝਦੇ ਅਸੀਂ ਪੈਦਾ ਕੀਤਾ। ਮਾਂ ਅਤੇ ਮਾਤਾ ਪਿਤਾ ਦੋਵੇਂ ਸਮਝਦੇ ਨੇ ਇਹਨੂੰ ਅਸੀਂ ਪੈਦਾ ਕੀਤਾ, ਪਹਿਲਾ ਕਾਰਨ। ਦੂਜਾ ਸਮਝਦੇ ਨੇ ਇਹਦੀ ਪਰਵਰਿਸ਼ ਅਸੀਂ ਕੀਤੀ। ਤੀਜਾ ਸਮਝਦੇ ਹਨ ਕਿ ਹੁਣ ਇਹਦੇ ਸੋਚਣ ਦੇ, ਇਹਦੇ ਜੀਵਨ ਵਿੱਚ ਵਿਚਰਨ ਦੇ, ਇਹਦੀ ਕਲਪਨਾ, ਇਹਦੀ ਸੋਚਣੀ, ਇਹਦਾ ਵਿਵਹਾਰ, ਇਹਦੇ ਅਹਿਸਾਸ, ਇਹਦਾ ਕੁੱਲ ਸਾਰਾ ਜੀਵਨ ਹੈ ਉਹ ਵੀ ਸਾਡੇ ਅਨੁਸਾਰ ਹੋਵੇ। ਇੱਥੋਂ ਤੱਕ ਮੇਰਾ ਜਾਂਦਾ ਹੈ। ਜਦੋਂ ਇਸ ਸਾਰੇ ਕੁਝ ਨੂੰ ਇੱਥੋਂ ਤੱਕ ਤਾਂ ਠੀਕ ਹੈ ਕਿ ਚਲੋ ਤੁਹਾਡੇ ਤੋਂ ਨਿਰਮਿਤ ਹੋਇਆ, ਤੁਸੀਂ ਪਰਵਰਿਸ਼ ਕੀਤੀ, ਪਰ ਵਰਤਮਾਨ ਸਮੇਂ 'ਚ ਜਿਹੜਾ ਪਰਿਵਾਰਕ ਤਣਾਅ ਉਹ ਇਸ ਕਰਕੇ ਵੀ ਹਨ ਕਿ ਜਿਵੇਂ ਦੀ ਸਾਡੀ ਥਿੰਕਿੰਗ ਦਾ ਪੱਧਰ ਹੈ ਜਾਂ ਜਿਵੇਂ ਦੀ ਇਮੈਜੀਨੇਸ਼ਨ ਦੇ ਵਿੱਚ ਅਸੀਂ ਰਹਿੰਦੇ ਹਾਂ, ਜਾਂ ਜਿਵੇਂ ਇਮੋਸ਼ਨਾਂ ਨੂੰ ਅਸੀਂ ਲੈਂਦੇ ਹਾਂ, ਜਾਂ ਜਿਵੇਂ ਸੰਸਾਰ ਨੂੰ ਅਸੀਂ ਹੈਂਡਲ ਕਰਦੇ ਹਾਂ, ਉਂਝ ਸਾਡਾ ਬੱਚਾ ਕਰੇ। ਜਦੋਂ ਇਸ ਗੱਲ ਨੂੰ ਮੇਰਾ ਹੋਣ ਕਰਕੇ ਉਹਦੇ ਜੀਵਨ 'ਤੇ ਲਾਗੂ ਕਰਦੇ ਹਨ, ਉਹਦੇ ਆਪਣੇ ਮਨ ਦੀ ਇੱਕ ਸੰਭਾਵਨਾ ਹੈ, ਉਹਦੀ ਬੁੱਧੀ ਦਾ, ਉਹਦੇ ਅਹਿਸਾਸ ਦਾ ਇੱਕ ਆਪਣਾ ਪੱਧਰ ਹੈ, ਉਹਦੇ ਵਿੱਚ ਟਕਰਾਅ ਪੈਦਾ ਹੋ ਜਾਂਦਾ ਜਾਂ ਉਹਦੇ ਵਿੱਚ ਕੁਝ ਇੱਕ ਸੁਰਤਾ ਨਹੀਂ ਬਣਦੀ ਅਤੇ ਝਗੜੇ ਦੀ ਸਥਿਤੀ ਪੈਦਾ ਹੁੰਦੀ। ਤਾਂ ਸਮੱਸਿਆ ਕੀ ਹੈ? ਮੇਰਾ ਹੈ, ਮੇਰੇ ਅਨੁਸਾਰ ਹੋ ਜਾ। ਇਸ ਕਰਕੇ ਤਾਂ ਕਰਕੇ ਨਾ ਭਗਤਾ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ, ਇੱਥੋਂ ਤੱਕ ਚੱਲਦਾ ਹੈ। ਅਤੇ ਜਿਹੜੇ ਤੇਰਾ ਵਿੱਚ ਹਨ ਉਹ ਪ੍ਰਭੂ ਨੂੰ ਸੌਂਪ ਦਿੰਦੇ ਹਨ ਕਿ ਇਹ ਜਿਹੜਾ ਵੀ ਨਕਸ਼ ਭੇਜਿਆ ਹੈ, ਇਸ ਨਕਸ਼ ਨੂੰ, ਇਸ ਆਕਾਰ ਨੂੰ ਮਾਲਕ ਨੇ ਆਪਣੀ ਸ੍ਰਿਸ਼ਟੀ ਦੇ ਕਿਸ ਵਿਧਾਨ ਲਈ ਵਰਤਣਾ ਹੈ, ਇਹ ਮਾਲਕ ਬਾਖੂਬੀ ਜਾਣਦਾ ਹੈ। ਹੁਣ ਇਸ ਗੱਲ ਦਾ ਨਿਰਣਾ ਅਸੀਂ ਕਿਸੇ ਨੁਕਤਿਆਂ ਦੁਆਰਾ ਵੀ ਕਰ ਲਈਏ। ਜਿਵੇਂ ਹਰੇਕ ਮਾਤਾ ਪਿਤਾ ਆਪਣੀ ਔਲਾਦ ਤੋਂ ਇਹੀ ਅਪੇਕਸ਼ਾ ਕਰਦਾ ਹੈ ਕਿ ਇਹ ਪਦਾਰਥਕ ਤੌਰ 'ਤੇ ਬੜੀ ਜਲਦੀ ਸੰਪੰਨ ਹੋ ਜਾਵੇ ਅਤੇ ਜੀਵਨ ਦੇ ਵਿੱਚ ਪ੍ਰਸਿੱਧੀ ਇਹਦੇ ਬੜੀ ਜਲਦੀ ਪੈਰ ਚੁੰਮ ਲਵੇ ਅਤੇ ਇਹਦਾ ਜਿਹੜਾ ਪ੍ਰਸਿੱਧੀ ਦਾ, ਇਹਦੇ ਪਦਾਰਥ ਦਾ ਸਾਨੂੰ ਸੁੱਖ ਆਨੰਦ ਪਹੁੰਚੇ। ਜੇ ਇਹੀ ਗੱਲ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਦੀ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਉੱਪਰ ਲਾਗੂ ਹੋ ਜਾਂਦੀ, ਜਾਂ ਗੁਰੂ ਨਾਨਕ ਸਾਹਿਬ ਬਿਲਕੁਲ ਉਹਦੇ ਅਨੁਸਾਰੀ ਹੋ ਜਾਂਦੇ, ਤਾਂ ਸ਼ਾਇਦ ਜੀਵਨ ਦੇ ਵਿੱਚ ਉਹ ਜਗਤ ਦੇ ਕਲਿਆਣ ਕਰਤਾ ਨਾ ਖਵਾਉਂਦੇ। ਇਹ ਨਹੀਂ ਕਿ ਉਹ ਕੋਈ ਮਾਤਾ ਪਿਤਾ ਦੀ ਪਰਵਰਿਸ਼ ਜਾਂ ਸੰਭਾਲ ਦੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਗਏ ਸਨ। ਪੂਰਨ ਤੌਰ 'ਤੇ ਗੁਰੂ ਸਾਹਿਬ ਜੀ ਨੇ ਸਭ ਤਰ੍ਹਾਂ ਦਾ ਪ੍ਰਬੰਧ ਕੀਤਾ। 1469 ਵਿੱਚ ਗੁਰੂ ਸਾਹਿਬ ਜੀ ਦਾ ਆਗਮਨ ਹੈ। 1488-99 ਦੇ ਵਿੱਚ ਗੁਰੂ ਸਾਹਿਬ ਜੀ ਪਹਿਲੀ ਉਦਾਸੀ ਆਰੰਭ ਕਰਦੇ ਨੇ।
ਆਪਣੀ ਮੋਦੀਖਾਨੇ ਦੀ ਕਿਰਤ ਵੀ ਬਾਖੂਬੀ ਕਰਦੇ ਨੇ, 18-19 ਸਾਲ ਖੇਤੀ ਦੀ ਕਿਰਤ ਵੀ ਬਾਖੂਬੀ ਕਰਦੇ ਨੇ। ਪਰ ਜਿਹੜਾ ਸਤਿਗੁਰੂ ਸਾਹਿਬ ਜੀ ਦੀ ਉਦਾਸੀਆਂ ਦਾ ਸਮਾਂ ਜੀ ਕੇਵਲ ਪਰਿਵਾਰ ਤੱਕ ਸੀਮਤ ਰਹਿੰਦਾ, ਅਤੇ ਪਰਿਵਾਰ ਵੀ ਕਹਿੰਦਾ ਤੂੰ ਸਾਡਾ ਪੁੱਤਰ ਹੈ ਤਾਂ ਸਾਡੀ ਸੇਵਾ ਕਰ। ਅਤੇ ਜਗਤ ਦੇ ਵਿੱਚ ਜਿਹੜਾ ਉਪਦਰਵ ਹੋ ਰਿਹਾ ਸੀ, ਜਿਹੜਾ ਜ਼ੁਲਮ ਦਾ ਵਹਿਣ ਵੱਧ ਰਿਹਾ ਸੀ, ਜਿਹੜਾ ਪਖੰਡ ਦਾ ਮਹਾਂਪਸਾਰ ਚੱਲ ਰਿਹਾ ਸੀ, ਜਿਹਦੇ ਵਿੱਚ ਸਗਲ ਲੋਕਾਈ ਜਲ ਰਹੀ ਸੀ, ਪਿਸ ਰਹੀ ਸੀ, ਉਹਦੇ ਦਰਦ ਨੂੰ ਫਿਰ ਕੌਣ ਵੰਡਾਉਂਦਾ। ਇਸ ਕਰਕੇ ਜਿਹੜੇ ਮੇਰਾ ਦੇ ਸੀਮਾ ਤੋਂ ਉੱਪਰ ਉੱਠ ਜਾਂਦੇ ਹਨ ਉਹੀ ਜਗਤ ਲਈ ਕਲਿਆਣਕਾਰੀ ਸਾਬਤ ਹੁੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ। ਔਰ ਦੂਜੀ ਗੱਲ, ਪ੍ਰਕਿਰਤੀ ਨੂੰ ਥੋੜ੍ਹਾ ਗੌਰ ਦੇ ਨਾਲ ਦੇਖੀ। ਅਸੀਂ ਫੁੱਲ ਦਾ ਇੱਕ ਬੀਜ ਬੀਜਦੇ, ਮਤਲਬ ਹੁਕਮ ਸਾਨੂੰ ਕਿਵੇਂ ਦੱਸਦਾ ਕਿ ਤੇਰੇ ਮੇਰਾ ਹੋਣ ਦੀ ਪਕੜ ਕਿੰਨੀ ਗਲਤ ਹੈ। ਅਸੀਂ ਉਦਾਹਰਨ ਦੇ ਤੌਰ 'ਤੇ ਇੱਕ ਫੁੱਲ ਲਗਾਉਂਦੇ ਆਪਣੇ ਘਰ ਦੇ ਵਿੱਚ ਜਾਂ ਆਪਣੇ ਬਗੀਚੇ ਦੇ ਵਿੱਚ, ਉਹਦਾ ਇੱਕ ਬੀਜ ਬੀਜਿਆ ਜਾਂ ਇੱਕ ਉਹਦਾ ਪੌਦਾ ਲਗਾਇਆ, ਉਹ ਜਦੋਂ ਖਿੜ ਜਾਂਦਾ ਹੈ ਉਹਦੇ ਤੋਂ ਨਵੇਂ ਫੁੱਲ ਉੱਗਦੇ ਨੇ। ਉਹਨਾਂ ਫੁੱਲਾਂ ਦੇ ਵਿੱਚ ਰੂਪ ਹੈ, ਸੁੰਦਰਤਾ ਹੈ, ਮਹਿਕ ਹੈ, ਪਰ ਅਸੀਂ ਉਹਦੀ ਮਹਿਕ ਨੂੰ ਕੰਟਰੋਲ ਨਹੀਂ ਕਰ ਸਕਦੇ। ਅਸੀਂ ਨਹੀਂ ਕਹਿ ਸਕਦੇ ਸਾਡੇ ਘਰ ਦੇ ਗੁਲਾਬ ਦੀ ਖੁਸ਼ਬੂ ਗੁਆਂਢੀ ਦੇ ਘਰ ਨਾ ਜਾਵੇ। ਜੇ ਕਰਨੀ ਵੀ ਚਾਹਾਂਗੇ ਤਾਂ ਨਹੀਂ ਕਰ ਸਕਾਂਗੇ। ਉਦਾਹਰਨ ਦੇ ਤੌਰ 'ਤੇ 50 ਫੁੱਟ ਉੱਚੀ ਕੰਧ ਕਰ ਦਿਆਂਗੇ ਫੁੱਲ ਦੇ ਆਲੇ ਦੁਆਲੇ, ਅਤੇ ਜਿਹੜੀ ਹਵਾ ਹੈ ਉਹ ਤਾਂ ਚਾਰੇ ਪਾਸੇ ਵਿਆਪਕ ਹੈ, ਅਤੇ ਮਹਿਕ ਨੇ ਆਪਣਾ ਨਾਤਾ ਹਵਾ ਦੇ ਨਾਲ ਬਣਾਇਆ ਹੋਇਆ ਹੈ। ਅਤੇ ਜਦੋਂ ਹਵਾ ਨਹੀਂ ਕੰਟਰੋਲਡ ਹੋਏਗੀ ਤਾਂ ਉਹਦੀ ਮਹਿਕ ਨੂੰ ਕਿਵੇਂ ਕੰਟਰੋਲਡ ਕਰ ਲਵਾਂਗੇ। ਇਸ ਕਰਕੇ ਸਾਨੂੰ ਹਵਾ ਦਾ ਵਹਿਣ ਦੱਸਦਾ ਹੈ ਕਿ ਮਨੁੱਖ ਜਿਹੜੀ ਤੇਰਾ ਮੇਰੇ ਹੋਣ ਦੀ ਪਕੜ ਹੈ ਉਹ ਕਿੰਨੀ ਛੋਟੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਕ ਹੋਰ ਵੀ ਕਮਾਲ ਦੀ ਗੱਲ, ਜਿਹੜੇ ਮੇਰਾ ਦੇ ਭਾਵ 'ਚ ਜਿਉਂਦੇ ਹਨ ਉਹ ਜਗਤ ਲਈ ਦੁੱਖ ਕਿਵੇਂ ਪੈਦਾ ਕਰਦੇ ਹਨ। ਜਦੋਂ ਮਨੁੱਖ ਹੁਣ ਵਰਤਮਾਨ ਸਮੇਂ 'ਚ ਹਰੇਕ ਮਨੁੱਖ ਜੇ ਆਪਣੀ ਲੋੜਾਂ ਦਾ ਗਿਆਨ ਕਰ ਲਵੇ ਨਾ, ਤਾਂ ਉਹਨੂੰ ਆਪਣੇ ਜੀਵਨ ਦੀਆਂ ਲੋੜਾਂ ਦੇ ਲਈ ਬਹੁਤ ਘੱਟ ਕੁਝ ਚਾਹੀਦਾ, ਬਹੁਤਾ ਜ਼ਿਆਦਾ ਨਹੀਂ ਚਾਹੀਦਾ। ਪਰ ਕੀ ਹੈ ਕਿ ਆਪਣੀਆਂ ਲੋੜਾਂ ਦਾ ਗਿਆਨ ਨਾ ਹੋਣ ਕਰਕੇ, ਮਨ ਤ੍ਰਿਸ਼ਨਾ ਦੇ ਕਾਰਨ ਹੋਣ ਕਰਕੇ ਬਾਰਾ ਕੁਝ ਸੰਚਣ ਦੀ ਭਰਮਾਰ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਵਾਕ, ਸ਼ਲੋਕਾਂ ਦੇ ਅੰਤਰਗਤ ਹੀ ਵਾਕ ਆਉਂਦੇ ਹਨ ਕਿ ਘਨੀ ਤਾਂ ਪੌਨ ਕਾਰਜ ਸਾਡੇ ਤੀਨ ਹੱਥ, ਘਨੀ ਤਾਂ ਪੌਨੇ ਚਾਰ। ਕਿ ਵੱਧ ਤੋਂ ਵੱਧ 3.5 ਹੱਥ ਜਿਹੜੀ ਹੈ ਮਨੁੱਖ ਦੀ ਦੇਹ ਨੂੰ ਚੱਲਣ ਦੀ, ਉਹਦੀ ਅੰਤਮ ਸਮੇਂ ਦੀ ਸੰਭਾਲ ਲਈ ਲੋੜ ਹੈ। ਵੱਧ ਤੋਂ ਵੱਧ 3.25 ਕੋਈ ਬਹੁਤਾ ਲੰਬਾ ਹੋਏਗਾ, ਭਾਰਾ ਹੋਏਗਾ ਤਾਂ। ਪਰ ਸਾਰੀ ਜ਼ਿੰਦਗੀ ਜ਼ਮੀਨੀ ਟੁਕੜਿਆਂ ਨੂੰ ਸੰਪਣ ਦੀ ਸੰਚਦਾ ਦੇ ਵਿੱਚ ਮਨੁੱਖ ਕਿਤਨਾ ਯਤਨ ਕਰਦਾ ਔਰ ਕਿਤਨਾ ਉਪਦਰਵ ਕਰਦਾ ਹੈ। ਇਹਨਾਂ ਗੱਲਾਂ ਨੂੰ ਸਾਰਿਆਂ ਨਾਲ ਜੋੜ ਕੇ ਦੇਖ ਸਕਦੇ ਹੋ, ਕਿਉਂਕਿ ਵਿਆਖਿਆ 'ਚ ਕਈ ਵਾਰੀ ਇੰਨੀ ਖੁੱਲ੍ਹ ਨਹੀਂ ਲਈ ਜਾ ਸਕਦੀ। ਜਿਵੇਂ ਇੱਕ ਧਨਪਤੀ ਹੈ, ਉਹਦੇ ਅੰਦਰ ਜ਼ਮੀਨੀ ਟੁਕੜਿਆਂ ਨੂੰ ਸੰਚਣ ਦੀ ਬੜੀ ਵੱਡੀ ਤ੍ਰਿਸ਼ਨਾ ਕੰਮ ਕਰ ਰਹੀ ਹੈ। ਤਾਂ ਇੱਕ ਜਿਹੜਾ ਬੰਦਾ ਜਿਹਨੇ ਛੋਟੇ ਜਿਹੇ ਹਿੱਸੇ ਵਿੱਚ ਕਿਰਤੀ ਬਣ ਕੇ ਆਪਣੇ ਜੀਵਨ ਦਾ ਨਿਰਵਾਹ ਕਰ ਰਿਹਾ ਹੈ, ਉਹ ਉੱਥੋਂ ਦੀ ਰਾਜ ਸੱਤਾ ਨਾਲ ਮਿਲ ਜਾਂਦਾ ਧਨਪਤੀ, ਅਤੇ ਉਹਦਾ ਜ਼ਮੀਨੀ ਟੁਕੜਾ ਇੱਕ ਕਿਰਤੀ ਦੇ ਲਈ ਉਹਦੀ ਜ਼ਮੀਨ ਦਾ ਛੋਟਾ ਟੁਕੜਾ ਹੀ ਉਹਦਾ ਜੀਵਨ ਹੈ। ਪਰ ਇੱਕ ਧਨਪਤੀ ਦੇ ਮੇਰਾ ਹੋਣ ਦੀ ਤ੍ਰਿਸ਼ਨਾ ਵਾਲੀ ਜਿਹੜੀ ਲਾਲਸਾ ਹੈ, ਉਹ ਰਾਜ ਸੱਤਾ ਨਾਲ ਮਿਲ ਕੇ ਜਦ ਉਸ ਦੇ ਜੀਵਨ ਆਧਾਰ ਵਾਲੇ ਟੁਕੜੇ 'ਤੇ ਕਬਜ਼ਾ ਕਰਦੀ ਤਾਂ ਉਹਦਾ ਜੀਵਨ ਦਾ ਸਾਰਾ ਜੀਵਨ ਸੰਕਟ ਵਿੱਚ ਆ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ। ਇੱਕ ਮੇਰਾ ਦਾ ਸੰਕਟ ਦੂਜਿਆਂ ਲਈ ਕਿੰਨਾ ਜ਼ਿਆਦਾ ਬਣ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਅੱਗੇ ਕਿਹਾ ਕਿਛ ਨਹੀਂ। ਹੁਣ ਕਿਛ ਨਹੀਂ ਦੀ ਕੀ ਰਮਜ ਹੈ? ਹੁਣ ਅਸੀਂ ਸਮਝਦੇ ਹਾਂ ਪਦਾਰਥ, ਪਰਿਵਾਰ, ਇਹ ਸਭ ਕੁਝ ਸਾਡਾ ਹੈ, ਪਰ ਇਹ ਸਾਰਾ ਕੁਝ ਕਿਹਦੇ ਆਸਰੇ ਅਸੀਂ ਖੜਾ ਕੀਤਾ ਹੈ? ਆਪਣੀ ਬੁੱਧੀ ਦੇ ਆਸਰੇ, ਆਪਣੇ ਸਰੀਰ ਦੇ ਬਲ ਦੇ ਆਸਰੇ, ਜਾਂ ਆਪਣੀ ਮਿਹਨਤ ਦੇ ਆਸਰੇ? ਪਰ ਸਾਡਾ ਜੇ ਸਰੀਰ ਦੇ ਵਿੱਚ ਆਤਮ ਜੋਤ ਕਿਰਿਆਸ਼ੀਲ ਹੀ ਨਾ ਹੋਵੇ ਤਾਂ ਫਿਰ ਸਾਡੀ ਬੁੱਧੀ ਦਾ ਕੀ ਤਾਣ ਹੈ। ਵਰਤਮਾਨ ਸਮੇਂ ਜਿਵੇਂ ਜਿਹੜੇ ਮਨੁੱਖ ਕੌਮਾਂ ਦੀ ਸਥਿਤੀ ਵਿੱਚ ਚਲੇ ਜਾਂਦੇ ਨੇ, ਸਰੀਰ ਦਾ ਬਲ ਤਾਂ ਉਹਨਾਂ ਕੋਲ ਵੀ ਹੁੰਦਾ ਹੈ, ਬੁੱਧੀ ਤਾਂ ਉਹਨਾਂ ਕੋਲ ਵੀ ਹੁੰਦੀ ਹੈ, ਪਰ ਉਹਨਾਂ ਦੀ ਬੁੱਧੀ ਦਾ ਕੋਈ ਚੰਗਾ ਪ੍ਰਯੋਗ ਨਹੀਂ ਰਹਿ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛ ਨਹੀਂ। ਜੇ ਬੁੱਧੀ ਕਰਕੇ, ਅਕਲ ਕਰਕੇ, ਸਰੀਰ ਦੇ ਬਲ ਕਰਕੇ ਬੜਾ ਕੁਝ ਸੰਚ ਲਿਆ ਹੈ, ਉਹਦੇ 'ਚ ਮੇਰਾ ਹੋਣ ਦਾ ਤਸੱਵਰ ਲਗਾਇਆ ਜਾ ਰਿਹਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛ ਨਹੀਂ, ਕਿ ਉਸ ਸਾਰੇ ਨੂੰ ਮਾਲਕ ਨੇ ਤੇਰਾ ਦੇ ਆਧਾਰ 'ਤੇ ਟਿਕਾਇਆ ਹੋਇਆ। ਇਸ ਕਰਕੇ ਕਾਬ ਦੇ ਸਨਮੁਖ ਪ੍ਰਮਾਣ ਰੱਖਦਿਆਂ
ਇੱਕ ਸੂਫੀ ਫਕੀਰ ਹੋਇਆ ਫਰੀਦੁਦੀਨ ਅਤਾਰ। ਉਹ ਕਸ਼ਮੀਰ ਦੇ ਵਿੱਚ ਰਹਿਣ ਵਾਲਾ ਸੀ। ਮੰਨਿਆ ਜਾਂਦਾ ਹੈ ਕਿ ਉਹ ਉਬਲੇ ਹੋਏ ਚਣੇ ਆਦਿਕ ਵੇਚਦਾ ਸੀ, ਘੁੰਗਣੀਆਂ ਆਦਿਕ। ਰੋਜ਼ ਉਹਦੀ ਪਤਨੀ ਨੇ ਤਿਆਰ ਕਰ ਦੇਣੇ, ਉਹਨੇ ਵੇਚਣ ਚਲਿਆ ਜਾਣਾ। ਇੱਕ ਦਿਨ ਇੱਕ ਮਨੁੱਖ ਖੋਟੇ ਸਿੱਕੇ ਲੈ ਕੇ ਆਇਆ। ਜਦੋਂ ਅਤਾਰ ਨੂੰ ਫੜਾਏ, ਉਹਨੇ ਪਕੜ ਲਏ। ਉਹਨੇ ਦੇਖਿਆ ਕਿ ਖੋਟੇ ਸਿੱਕੇ ਹਨ, ਪਰ ਉਹਨੇ ਆਪਣੇ ਕੋਲ ਰੱਖ ਕੇ ਉਹਨੂੰ ਘੁੰਗਣੀਆਂ ਆਦਿਕ ਦੇ ਦਿੱਤੀਆਂ। ਉਹ ਮਨੁੱਖ ਸ਼ੈਤਾਨ ਕਿਸਮ ਦਾ ਸੀ, ਅਧਰਮੀ ਕਿਸਮ ਦਾ ਸੀ। ਉਹਨੇ ਦੇਖਿਆ ਕਿ ਅਤਾਰ ਦੇ ਕੋਲੋਂ ਖੋਟੇ ਸਿੱਕੇ ਵੀ ਚੱਲ ਗਏ ਹਨ। ਉਹ ਦੂਜੇ ਦਿਨ ਫਿਰ ਇਸ ਤਰ੍ਹਾਂ ਲੈ ਕੇ ਆਇਆ। ਅਤਾਰ ਨੇ ਫਿਰ ਰੱਖ ਲਏ ਅਤੇ ਫਿਰ ਉਹਨੂੰ ਸ਼ੁੱਧ ਚੀਜ਼ ਦੇ ਦਿੱਤੀ, ਭਾਵ ਕਿ ਘੁੰਗਣੀਆਂ ਆਦਿਕ। 2-3 ਹਫ਼ਤਾ ਭਰ ਚੱਲਦਾ ਰਿਹਾ। ਹੁਣ ਜਦੋਂ ਸ਼ੁੱਧ ਦਿੱਤਾ ਜਾ ਰਿਹਾ, ਖੋਟਾ ਲਿਆ ਜਾ ਰਿਹਾ, ਸ਼ੁੱਧ ਦੀ ਮਾਤਰਾ ਘਟ ਜਾਏਗੀ, ਖੋਟੇ ਦੀ ਮਾਤਰਾ ਵੱਧ ਜਾਏਗੀ, ਅਤੇ ਅਗਲਾ ਯਤਨ ਕਿਵੇਂ ਕਰੇਗਾ। ਹੁਣ ਆਪਣੀ ਪਤਨੀ ਨੂੰ ਕਹਿਣ ਲੱਗਾ, ਘੁੰਗਣੀਆਂ ਤਿਆਰ ਕਰਦੇ, ਵੇਚਣ ਜਾਣਾ ਹੈ। ਉਹ ਕਹਿਣ ਲੱਗੀ, ਤੁਹਾਨੂੰ ਥੋੜ੍ਹਾ ਖਿਆਲ ਰੱਖਣਾ ਚਾਹੀਦਾ ਹੈ, ਪਛਾਣ ਰੱਖਣੀ ਚਾਹੀਦੀ ਸਿੱਕਿਆਂ ਦੀ। ਪਿਛਲੇ 8 ਦਿਨ ਤੋਂ ਖੋਟੇ ਸਿੱਕੇ ਲਿਆ ਰਹੇ ਹੋ, ਅਤੇ ਹੁਣ ਬਾਜ਼ਾਰ ਦੇ ਵਿੱਚ ਤੁਸੀਂ ਤਾਂ ਖੋਟੇ ਲੈ ਲਏ ਜਾਂ ਤੁਹਾਡੇ ਕੋਲੋਂ ਕੋਈ ਚਲਾ ਗਿਆ। ਬਾਜ਼ਾਰ ਦੇ ਵਿੱਚ ਖੋਟੇ ਸਿੱਕੇ ਚਲਾ ਕੇ ਹੁਣ ਚਣੇ ਮਿਲਣਗੇ ਨਹੀਂ, ਉਬਾਲਾਂਗੀ ਨਹੀਂ ਤਾਂ ਤੁਹਾਡੀ ਘੁੰਗਣੀਆਂ ਕਿਵੇਂ ਤਿਆਰ ਹੋਣਗੀਆਂ। ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀ ਕਿ ਕੋਈ ਇਨਸਾਨ ਜਾਂ ਜਿਹੜੇ ਵੀ ਇਨਸਾਨ ਹਨ, ਤੁਹਾਨੂੰ ਰੋਜ਼ ਖੋਟੇ ਸਿੱਕੇ ਦੇ ਕੇ ਠੱਗ ਲੈਂਦੇ ਰਹੇ ਹਨ। ਤੁਹਾਨੂੰ ਥੋੜ੍ਹਾ ਖਿਆਲ ਰੱਖਣਾ ਚਾਹੀਦਾ। ਫਰੀਦੁਦੀਨ ਅਤਾਰ ਨੇ ਜਦੋਂ ਇਹ ਗੱਲ ਉਹਦੀ ਪਤਨੀ ਨੇ ਕਹੀ, ਉਹ ਬੜਾ ਭਾਵੁਕ ਹੋਇਆ ਅਤੇ ਉਹਨੇ ਉਹ ਸਾਰੇ ਖੋਟੇ ਸਿੱਕੇ ਨਾ ਆਪਣੇ ਬੁੱਕ ਦੇ ਵਿੱਚ ਭਰ ਲਏ ਅਤੇ ਆਕਾਸ਼ ਦੀ ਤਰਫ ਮੂੰਹ ਕਰਕੇ ਕਹਿਣ ਲੱਗਾ, ਮਾਲਕ, ਮੈਂ ਇਹਨਾਂ ਖੋਟੇ ਸਿੱਕਿਆਂ ਕਰਕੇ ਤੇਰੇ ਪ੍ਰਤੀ ਇਤਰਾਜ਼ੀ ਨਹੀਂ। ਮੈਂ ਇਹ ਤਾਂ ਪ੍ਰਵਾਨ ਕੀਤੇ ਹਨ ਕਿ ਮੇਰੇ ਅੰਦਰ ਵੀ ਖੋਟ ਪੂਰਨ ਕਈ ਕਰਮ ਹਨ। ਤੇਰੀ ਦਾਤ ਬੜੀ ਸ਼ੁੱਧ ਹੈ, ਭਾਵ ਕਿ ਬੁੱਧੀ, ਸਰੀਰ ਦਾ ਬਲ, ਇਹ ਸਾਰਾ ਕੁਝ ਬੜਾ ਪਵਿੱਤਰ ਹੈ, ਪਰ ਇਹਨਾਂ ਦੇ ਨਾਲ ਮੈਂ ਬੜੀ ਖੋਟੀ ਕਿਸਮ ਦੇ ਕਰਮ ਕਰ ਰਿਹਾ। ਇਹਨਾਂ ਖੋਟੀ ਕਿਸਮ ਦੇ ਕਰਮਾਂ ਦੀ ਜਦ ਗਿਣਤੀ ਵੱਧ ਜਾਵੇ, ਕਿਤੇ ਇਹ ਨਾ ਹੋਵੇ ਕਿ ਤੂੰ ਮੈਨੂੰ ਆਪਣੇ ਦਰ ਤੋਂ ਬਾਹਰ ਕਰ ਦੇ। ਇਸ ਕਰਕੇ ਮੈਂ ਤੇਰੇ ਇਸ ਕਰਮ ਦੇ ਇਸ ਭਾਵ ਦੇ ਵਿੱਚ ਇਹ ਖੋਟੇ ਸਿੱਕੇ ਪ੍ਰਵਾਨ ਕਰ ਲੈਂਦਾ ਰਿਹਾ। ਮਤਲਬ ਕਿ ਅਸੀਂ ਮਾਲਕ ਦੀਆਂ ਉੱਤਮ ਦਾਤਾਂ ਨੂੰ ਕਿੰਨੇ ਨਿਮਨ ਕੰਮਾਂ ਲਈ ਵਰਤਦੇ ਹਾਂ। ਕਿਉਂਕਿ ਸਮਝਦੇ ਹਾਂ ਮੇਰਾ ਹੈ। ਉੱਤਮ ਬੁੱਧੀ ਮਿਲੀ ਹੈ ਜਗਤ ਦੇ ਕਲਿਆਣ ਲਈ, ਪਰ ਸਾਰਾ ਦਿਨ ਛਲ ਕਪਟ ਦੀ ਖਿਆਲ ਚੱਲਦੇ ਹਨ, ਦੂਜੇ ਦੀ ਧਨ ਸੰਪਦਾ ਹਥਿਆਉਣ ਦੇ ਖਿਆਲ ਚੱਲਦੇ ਹਨ। ਕਾਹਦੇ ਕਰਕੇ? ਮੇਰਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਕ ਹੋਰ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ ਕਿ ਮੇਰਾ ਦਾ ਭਾਵ ਜਿਹੜਾ ਹੈ ਉਹਨੂੰ ਕਿਵੇਂ ਛਟਿਆਇਆ ਜਾ ਸਕਦਾ, ਕਿਵੇਂ ਉਹਦੇ ਤੋਂ ਥੋੜ੍ਹਾ ਰਹਿਤ ਹੋਇਆ ਜਾ ਸਕਦਾ। ਰਾਜੇ ਜਨਕ ਨੇ ਕਿਹਾ ਕਿ ਜੇ ਮੈਂ ਘੋੜੇ ਦੀ ਸਵਾਰੀ ਕਰਨੀ ਆਪਣੇ ਦੀ, ਉਹਦੀ ਰਕਾਬ ਦੇ ਵਿੱਚ ਪੈਰ ਪਾਉਣ ਤੋਂ ਪਹਿਲਾਂ ਜਿਹੜਾ ਸੰਪੂਰਨ ਗਿਆਨ ਕਰਵਾ ਦੇਵੇ, ਉਹ ਮੇਰਾ ਗੁਰੂ ਹੋਵੇਗਾ ਅਤੇ ਉਹਨੂੰ ਮੈਂ ਆਪਣਾ ਗੁਰੂ ਪ੍ਰਵਾਨ ਕਰਾਂਗਾ। ਪਰ ਜਿਹੜਾ ਗਿਆਨ ਨਾ ਕਰਵਾ ਸਕਿਆ, ਭਾਵ ਕਿ ਹੁਣ ਘੋੜੇ ਦੀ ਰਕਾਬ 'ਤੇ ਪੈਰ ਧਰ ਲੱਗਿਆ, ਅੱਧੇ ਮਿੰਟ ਦਾ ਸਮਾਂ ਲੱਗਦਾ ਸਾਰਾ। ਅੱਧੇ ਮਿੰਟ 'ਚ ਐਡੇ ਵੱਡੇ ਪ੍ਰਤਾਪਵਾਨ ਰਾਜੇ ਨੂੰ ਕੌਣ ਰਾਜ ਕਰਵਾਵੇਗਾ, ਗਿਆਨ ਕਰਾਵੇਗਾ। ਸਾਰੇ ਘਬਰਾ ਗਏ। ਫਿਰ ਇੱਕ ਦਰਬਾਰੀ ਦਾ ਪੁੱਤਰ ਸੀ ਅਸ਼ਟਾਵਕਰ। ਅਸ਼ਟਾਵਕਰ ਜਦੋਂ ਉਹਦੀ ਰਾਜ ਸਭਾ ਦੇ ਵਿੱਚ ਹਾਜ਼ਰ ਹੋਇਆ ਅਤੇ ਕਹਿਣ ਲੱਗਾ ਕਿ ਗਿਆਨ ਧਾਰਨ ਕਰਨ ਤੋਂ ਪਹਿਲਾਂ, ਗਿਆਨ ਕਰਵਾਉਣ ਤੋਂ ਪਹਿਲਾਂ ਤੈਨੂੰ ਦੀਖਿਆ ਦੇਣੀ ਪਏਗੀ। ਤਾਂ ਦੀਖਿਆ ਵੀ ਕੋਈ ਆਮ ਨਹੀਂ ਹੋਏਗੀ, ਬਹੁਤ ਜ਼ਿਆਦਾ ਹੋਏਗੀ। ਤਾਂ ਰਾਜਾ ਜਨਕ ਕਹਿਣ ਲੱਗਾ ਕਿ ਮੈਂ ਆਪਣਾ ਰਾਜ ਭਾਗ, ਆਪਣਾ ਆਪ, ਤਨ ਮਨ ਧਨ ਸਭ ਤੈਨੂੰ ਅਰਪਣ ਕੀਤਾ। ਕਹਿੰਦੇ ਚਲੋ ਠੀਕ ਹੈ। ਇੰਨੇ ਨੂੰ ਅਜੇ ਉਹ ਰਕਾਬ 'ਤੇ ਪੈਰ ਰੱਖਣ ਲੱਗਾ ਅਤੇ ਕਹਿੰਦਾ ਮੈਨੂੰ ਗਿਆਨ ਕਰਵਾਓ। ਅਤੇ ਅਸ਼ਟਾਵਕਰ ਕਹਿਣ ਲੱਗਾ, ਤੇਰਾ ਤਨ, ਤੇਰਾ ਮਨ, ਤੇਰਾ ਧਨ ਤਾਂ ਮੇਰਾ ਹੈ, ਤੇਰੀ ਕਾਹਦੀ ਮਰਜ਼ੀ ਕਿ ਤੂੰ ਰਕਾਬ 'ਤੇ ਪੈਰ ਰੱਖ ਕੇ ਘੋੜੇ ਦੇ ਉੱਪਰ ਸਵਾਰ ਹੋ ਜਾਵੇਂ, ਜਦੋਂ ਮਨ ਵੀ ਮੇਰਾ ਹੈ। ਇਸ ਕਰਕੇ ਜਿਹੜਾ ਕੁਝ ਤੂੰ ਸੋਚਣਾ, ਜਿਹੜਾ ਕੁਝ ਤੂੰ ਕਰਨਾ, ਉਹ ਮੇਰੇ ਅਨੁਸਾਰ ਕਰਨਾ ਹੈ। ਜਦੋਂ ਇੰਨੇ ਵਾਕ ਅਸ਼ਟਾਵਕਰ ਨੇ ਕਹੇ, ਜਨਕ ਨੂੰ ਗਿਆਨ ਹੋ ਗਿਆ, ਤੂੰ ਅਸ਼ਟਾਵਕਰ ਦੇ ਪੈਰੀਂ ਪੈ ਗਿਆ। ਇਸ ਕਰਕੇ ਬਾਣੀ ਵਿੱਚ ਆਖਦੇ ਹਨ, ਮਨ ਤਨ ਤੇਰਾ, ਧਨ ਪੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਹਉਮੈ ਨੂੰ ਛੁਟਿਆਉਣ ਦੇ ਭਾਵ ਹਨ, ਜਿਹੜੇ ਜੀਵਨ ਦੇ ਵਿੱਚ ਸਮਝ ਆ ਸਕਦੇ ਹਨ ਹੌਲੀ ਹੌਲੀ ਸਾਰੇ ਪੱਖਾਂ ਤੋਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛ ਨਹੀਂ, ਜਿਨ੍ਹਾਂ ਨੇ ਮੇਰਾ ਹੋਣ ਦਾ ਡੰਕਾ ਵਜਾਇਆ,
ਮਾਲਕ ਦੇ ਹੁਕਮ ਨੇ ਉਹਨਾਂ ਨੂੰ ਸਿਫਰ ਸਾਬਤ ਕਰਕੇ ਰੱਖ ਦਿੱਤਾ। ਜਿਹੜੇ ਮੇਰਾ ਦੇ ਭਾਵ ਵਿੱਚ ਰਹੇ ਉਹ ਧਰਤੀ ਦੇ ਜ਼ਿਕਰ ਵਿੱਚੋਂ ਖਤਮ ਹੋ ਗਏ। ਜਿਹੜਾ ਤੇਰਾ ਦੇ ਭਾਵ ਵਿੱਚ ਰਹੇ ਉਹ ਧਰਤੀ ਦੇ ਜ਼ਿਕਰ ਵਿੱਚ, ਆਕਾਸ਼ ਦੇ ਜ਼ਿਕਰ ਵਿੱਚ ਸਦੀਵੀ ਹਨ। ਸਦੀਵੀ ਦਾ ਭਾਵ ਜਿਨ੍ਹਾਂ ਨੇ ਸੰਚ ਕੇ ਆਪਣੇ ਅਧੀਨ ਕੀਤਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਮੇਰਾ ਕੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੁਣ ਇਸ ਕਰਕੇ ਔਰ ਦੂਜੀ ਗੱਲ, ਮੇਰਾ ਸਾਡੇ ਅੰਦਰ ਗੁਮਾਨ ਪੈਦਾ ਕਰਦਾ। ਮੇਰਾ ਹੋਣ ਦੀ ਭਾਵਨਾ ਸਾਨੂੰ ਕਲੋਜ਼ ਵੀ ਕਰਦੀ ਹੈ। ਮੇਰਾ ਹੋਣ ਦੀ ਭਾਵਨਾ ਸਾਡੇ ਅੰਦਰ ਤ੍ਰਿਸ਼ਨਾ ਪੈਦਾ ਕਰਦੀ ਹੈ। ਮੇਰਾ ਹੋਣ ਦੀ ਭਾਵਨਾ ਸਾਨੂੰ ਝਗੜਾ ਕਰਨ 'ਤੇ ਵਿਵਸ਼ ਕਰਦੀ ਹੈ। ਗੁਰੂ ਨਾਨਕ ਸਾਹਿਬ ਮੋਦੀਖਾਨੇ 13 ਤੋਲਦੇ ਨੇ, ਤਾਂ ਉਹਦਾ ਭਾਵ ਕੀ ਹੈ? ਉਹ ਕੋਈ ਇੰਜ ਨਹੀਂ ਕਰ ਰਹੇ। ਦਰਅਸਲ ਉਹ ਜਦੋਂ ਉਹ 13 ਕਹਿ ਰਹੇ ਨੇ ਗੁਰੂ ਨਾਨਕ ਸਾਹਿਬ, ਤਾਂ ਉਦੋਂ ਉਹ ਧਰਤੀ ਦੇ ਵਿੱਚ ਜਿਹੜਾ ਮਾਲਕ ਦਾ ਪ੍ਰਤਪਾਲ ਗੁਣ ਹੈ ਉਹਦਾ ਅਭਿਆਸ ਕਰ ਰਹੇ ਨੇ। ਮਤਲਬ ਇਸ ਧਰਤੀ ਨੂੰ ਪੈਦਾ ਕਰਨ ਵਾਲਾ ਸਿਰਜਣਹਾਰ, ਅਤੇ ਮਨੁੱਖ ਨੇ ਕੇਵਲ ਇੱਕ ਬੀਜ ਬੋਇਆ ਅਤੇ ਬੀਜ ਨੂੰ 100 ਬੀਜ ਕਰਨ ਵਾਲਾ ਵੀ ਸਿਰਜਣਹਾਰ। ਇਸ ਕਰਕੇ ਇਹ 13 ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਾਧਨਾ ਨੂੰ ਬੜਾ ਗਹਿਰਾ ਦੇਖੋ ਕਿ ਜਦੋਂ ਗੁਰੂ ਨਾਨਕ ਸਾਹਿਬ 13 ਤੋਲ ਰਹੇ ਨੇ, ਅਤੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਕਿ ਸ੍ਰਿਸ਼ਟ ਤੇਰੀ ਹੈ। ਇਸ ਸ੍ਰਿਸ਼ਟ ਦੇ ਵਿੱਚ ਜਿਹੜਾ ਪਹਿਲਾ ਬੀਜ ਪੈਦਾ ਹੋਇਆ ਉਹ ਵੀ ਬੀਜ ਪੈਦਾ ਕਰਨ ਵਾਲਾ ਅਕਾਲ ਪੁਰਖ। ਉਹਨਾਂ ਇੱਕ ਬੀਜ ਨੂੰ 100 ਬੀਜ ਕਰਨ ਵਾਲਾ ਵੀ ਅਕਾਲ ਪੁਰਖ। ਉਸ ਸਾਰੇ ਬੀਜਾਂ ਨੂੰ ਟੈਕਸ ਦੇ ਰੂਪ ਵਿੱਚ ਅਗਰਾਉਣ ਵਾਲੀ ਜਿਹੜੀ ਸਮਰੱਥਾ ਦਿੱਤੀ ਇੱਥੋਂ ਦੇ ਹਾਕਮ ਨੂੰ, ਉਹ ਵੀ ਆਪ। ਅਤੇ ਉਹਦਾ ਅੱਗੇ ਮੋਦੀ ਲੱਗ ਕੇ ਜਿਹਨੂੰ ਤੋਲਣ ਦੀ ਜ਼ਿੰਮੇਵਾਰੀ ਦਿੱਤੀ ਹੈ ਉਹ ਵੀ ਆਪ। ਅਤੇ ਅੱਗੇ ਜਿਹੜੇ ਵੱਟੇ ਜਾਂ ਜਿਹੜਾ ਕੰਡਾ ਹੈ ਉਹ ਵੀ ਉਹਦਾ ਆਪ। ਅਤੇ ਅੱਗੇ ਲੈਣ ਵਾਲਾ ਵੀ ਉਹਦਾ ਆਪ, ਕਿਉਂਕਿ ਸਾਰਿਆਂ ਦੇ ਅੰਦਰ ਆਤਮ ਹੈ। ਆਤਮ ਕਰਕੇ ਸਾਰੇ ਬਣੇ ਹੋਏ ਹਨ। ਇਹ ਵੱਖਰੀ ਗੱਲ ਹੈ, ਸਾਰਿਆਂ ਨੂੰ ਜੀਵਨ ਦੀ ਵੱਖੋ ਵੱਖਰੀ ਭੂਮਿਕਾ 'ਚ ਪਾਇਆ ਹੋਇਆ ਹੈ ਅਤੇ ਉਵੇਂ ਚੱਲ ਰਹੇ ਹਨ। ਤਾਂ ਕਰਕੇ ਬਾਣੀ 'ਚ ਵਾਕ ਹੁੰਦੇ ਨੇ, ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਭਗਤ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 13 ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਦੀ ਹਉਮੈ ਕਿਤੇ ਦਖਲ ਨਾ ਦੇ ਜਾਵੇ। ਹੁਣ ਉਦਾਹਰਨ ਦੇ ਤੌਰ 'ਤੇ ਗੁਰੂ ਨਾਨਕ ਸਾਹਿਬ ਮੋਦੀ ਸਨ ਖਾਨੇ ਦੇ, ਉਹਨਾਂ ਦੀ ਇੱਕ ਕਿਰਤ ਹੈ। ਪਰ ਵਰਤਮਾਨ ਸਮੇਂ 'ਚ ਜਾਣਦੇ ਹਾਂ ਜਿਤਨੇ ਵੀ ਸ਼ਾਸਨ ਪ੍ਰਬੰਧ ਦੇ ਅਦਾਰੇ ਹਨ, ਜਿਨ੍ਹਾਂ ਦੀ ਡਿਊਟੀ ਜਨਤਾ ਪ੍ਰਮੁੱਖ ਦੀ ਭਲਾਈ ਹੈ, ਉਹਨਾਂ ਦੀ ਕੇਵਲ ਡਿਊਟੀ ਹੈ। ਪਰ ਉੱਥੇ ਆ ਕੇ ਜਦੋਂ ਮੇਰਾ ਹੋਣ ਨੂੰ ਆਪਣੇ ਆਪ ਨੂੰ ਸਰਵੋੱਚ ਮੰਨ ਲੱਗ ਪੈਂਦੇ ਹਨ ਅਤੇ ਆਪਣੇ ਫਰਜ਼ ਵਿੱਚ ਕੁਤਾਹੀ ਕਰਨ ਲੱਗ ਪੈਂਦੇ ਹਨ, ਜਿਸ ਕਰਕੇ ਜਗਤ ਵਿੱਚ ਮੁੜ ਕੇ ਝਗੜੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਇੱਕ ਮੇਰਾ ਹੋਣ ਕਰਕੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸ ਕਰਕੇ ਜਿਹੜੇ ਮੇਰਾ ਦੇ ਭਾਵ ਵਿੱਚ ਹਨ, ਇਸ ਕਰਕੇ ਜੀਵਨ 'ਚ ਪਕੜ ਹੌਲੀ ਹੌਲੀ ਛੱਡਣੀ ਚਾਹੀਦੀ। ਪਰਿਵਾਰਕ ਜਿੰਨੇ ਤਣਾਅ ਹਨ ਉਹ ਇਸੇ ਕਰਕੇ ਹਨ, ਉਹਦਾ ਕਾਰਨ ਹੀ ਇਹ ਹੈ। ਅਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਕਿਛ ਹੈ ਸੋ ਤੇਰਾ। ਜਿਤਨਾ ਕੁਝ ਵੀ ਹੈ ਉਹ ਤੇਰਾ ਹੈ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਇਹ ਸ੍ਰਿਸ਼ਟੀ ਸਾਨੂੰ ਬੈਸਣ ਲਈ ਮਿਲੀ, ਆਨੰਦ ਮਾਣਿਆ ਠੀਕ ਹੈ, ਛੱਡ ਕੇ ਰੁਖਸਤ ਹੋ ਜਾਵਾਂਗੇ। ਹੁਣ ਉਦਾਹਰਨ ਦੇ ਤੌਰ 'ਤੇ ਬੰਦਾ ਹੋਟਲਾਂ ਦੇ ਵਿੱਚ ਰਾਤ ਠਹਿਰਦਾ ਹੈ, 10,000 ਰੁਪਏ ਵਾਲੇ ਕਮਰੇ 'ਚ ਵੀ ਇੱਕ ਰਾਤ ਲਈ ਠਹਿਰਦਾ ਹੈ। ਪਰ 10,000 ਦੇਣ ਤੋਂ ਬਾਅਦ ਇਹ ਤਾਂ ਨਹੀਂ ਆਖਦਾ ਕਿ ਜਿਹੜਾ ਹੋਟਲ ਦਾ ਕਮਰਾ ਹੈ ਜੀ ਅੱਧਾ ਮੇਰਾ ਹੋ ਗਿਆ, ਇੰਜ ਤਾਂ ਨਹੀਂ ਆਖਦਾ। ਉੱਥੇ ਸਵੇਰੇ ਸਗੋਂ ਟਾਈਮ ਤੋਂ ਪਹਿਲਾਂ 10 ਮਿੰਟ ਪਹਿਲਾਂ ਹੀ ਆਪਣਾ ਸਮਾਨ ਪੈਕ ਕਰਕੇ ਨਿਕਲ ਪੈਂਦਾ ਹੈ ਕਿ ਜੀ ਮੇਰਾ ਕੰਮ ਸਮਾਪਤ ਹੋ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰਾ ਤੁਝ ਕੋ ਸੌਂਪਤੇ। ਸੌਂਪਤੇ ਦਾ ਮਤਲਬ ਹੈ ਸੇਵਾ ਦੇ ਵਿੱਚ ਲੱਗ ਜਾਣਾ। ਹੁਣ ਇਹ ਬੜੀ ਗਹਿਰੀ ਰਮਜ ਹੈ, ਇਹਨੂੰ ਸਮਝਣਾ ਚਾਹੀਦਾ। ਵੇਖੋ ਸਾਡੇ ਕੋਲੋਂ ਬੁੱਧੀ ਹੈ, ਸਾਡੇ ਕੋਲੋਂ ਸਰੀਰ ਦਾ ਬਲ ਹੈ, ਸਾਡੇ ਕੋਲੋਂ ਧਨ ਦਾ ਬਲ ਹੈ, ਅਤੇ ਇਹ ਸਾਰਾ ਕੁਝ ਪ੍ਰਭੂ ਦਾ ਦਿੱਤਾ ਹੋਇਆ ਹੈ। ਪਰ ਕਮਾਲ ਦੀ ਗੱਲ ਹੈ ਅਸੀਂ ਇਸ ਸਾਰੇ ਕੁਝ ਨੂੰ ਆਪਣੇ ਨਿੱਜ ਲਈ ਵਰਤਦੇ ਹਾਂ। ਆਪਣੀ ਬੁੱਧੀ ਦਾ ਤਾਣ ਹੈ, ਇਹ ਨਹੀਂ ਕਿ ਕਿਸੇ ਨਾ ਕਿਸੇ ਪੱਖ ਤੋਂ। ਮੈਂ ਕੁਝ ਦਿਨ ਪਹਿਲਾਂ ਇਸ ਗੱਲ ਨੂੰ ਵਿਚਾਰਿਆ ਕਿ ਮਨੁੱਖ ਦੀ ਬੁੱਧੀ ਦੇ ਤਾਣ ਜਗਤ ਵਿੱਚ ਕਿੰਨੇ ਚੱਲ ਰਹੇ ਹਨ। ਅਧਿਆਪਕ, ਡਾਕਟਰ, ਵਕੀਲ, ਜੱਜ, ਇਹ ਸਾਰੇ ਬੁੱਧੀ ਦੇ ਤਾਣ ਵਾਲੇ ਬੰਦੇ ਹਨ। ਜੇ ਇਹਨਾਂ ਸਾਰਿਆਂ ਦੇ ਅੰਦਰ ਜੀਵਨ ਦਾ 1 ਘੰਟਾ ਸੇਵਾ ਦਾ ਆ ਜਾਏ ਤਾਂ ਦੁਨੀਆ ਦੇ ਵਿੱਚ ਨਾ ਕੋਈ ਰੋਗੀ ਦਾ ਸ਼ੋਸ਼ਣ ਹੋਵੇ, ਨਾ ਕਿਸੇ ਮੁਲਜ਼ਮ ਦਾ, ਨਾ ਕਿਸੇ ਅਗਿਆਨੀ ਬੰਦੇ ਦਾ। ਸਿਰਫ 1 ਘੰਟਾ ਨਹੀਂ ਆ ਰਿਹਾ। ਇੱਥੇ ਕੁਝ ਦਿਨ ਪਹਿਲਾਂ ਇੱਕ ਇਸ ਤਰ੍ਹਾਂ ਦਾ ਵਾਕਿਆ ਵਾਪਰਿਆ, ਇੱਥੇ ਨਹੀਂ ਸਾਂਝਾ ਕਰਾਂਗਾ, ਪਰ ਉਹਨੇ ਸੰਕੇਤ ਦਿੱਤਾ ਕਿ ਜਿਹੜਾ ਬੁੱਧੀ ਨੂੰ ਮੇਰਾ ਜਾਣਦਾ ਹੈ ਉਹ ਸੇਵਾ ਦੇ ਅੰਕੁਸ਼ ਨੂੰ ਕਿਵੇਂ ਕ੍ਰਸ਼ ਕਰ ਦਿੰਦਾ, ਮਸਲ ਕੇ ਰੱਖ ਦਿੰਦਾ। ਆ ਬਿਲਕੁਲ ਨੇੜੇ ਦਾ ਹੈ, ਬਾਅਦ ਦੇ ਵਿੱਚ ਪੁੱਛ ਸਕਦੇ ਹੋ। ਇਸੇ ਤਰ੍ਹਾਂ ਇਹ ਬੁੱਧੀ ਦਾ ਤਾਣ ਪ੍ਰਭੂ ਦਾ ਹੈ।
ਹੁਣ ਉਦਾਹਰਨ ਦੇ ਤੌਰ 'ਤੇ ਵਰਤਮਾਨ ਸਮੇਂ 'ਚ ਭਾਵੇਂ ਮੇਰੀ ਕਿਰਤ ਹੈ, ਪਰ ਮੈਂ ਇਸ ਆਪਣੀ ਬੁੱਧੀ ਦਾ ਪ੍ਰਯੋਗ ਕਿਸੇ ਹੋਰ ਕੰਮ ਲਈ ਵੀ ਕਰ ਸਕਦਾ ਹਾਂ, ਪਰ ਇਹਨੂੰ ਸ਼ਬਦ ਦੀ ਸੇਵਾ ਵਿੱਚ ਲਗਾ ਕੇ ਰਿਣ ਸਹੀ ਰੂਪ ਦੇ ਵਿੱਚ ਉਤਰ ਰਿਹਾ ਹੈ। ਮਤਲਬ ਜੋ ਦਿੱਤਾ ਹੈ ਉਹਨੂੰ ਸੌਂਪ ਰਹੇ ਹਾਂ। ਇਸੇ ਕਰਕੇ ਜੇ ਸਰੀਰ ਦਾ ਬਲ ਹੈ ਉਹਨੂੰ ਆਪਣੀ ਨਿੱਜ ਸੰਪਦਾ ਲਈ ਲਗਾ ਲਓ। ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਬੰਦੇ ਨੂੰ ਚੰਗੀ ਨੌਕਰੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਹਦੇ ਕੋਲ ਸਰਕਾਰ 50-60 ਸਾਲ ਤੱਕ ਕੰਮ ਲੈਂਦੀ ਹੈ, ਪਰ ਸਰੀਰ ਦਾ ਬਲ ਤਾਂ 100 ਸਾਲ ਤੱਕ ਰਹਿੰਦਾ ਹੈ। ਬਾਕੀ 40 ਸਾਲਾਂ ਦਾ ਬਲ ਉਹ ਕਿਹਦੇ ਲਈ ਵਰਤੇਗਾ? ਫਿਰ ਪਰਿਵਾਰ ਦੇ ਲਈ। ਉਹ ਸਰੀਰ ਦਾ ਬਲ ਇਸ ਸ੍ਰਿਸ਼ਟੀ ਦੇ ਭਲੇ ਨਹੀਂ ਲਈ ਲਗਾਉਣਾ। ਉਦਾਹਰਨ ਦੇ ਤੌਰ 'ਤੇ ਇੱਕ ਪਸ਼ੂ ਜੀਵਤ ਇੰਨਾ ਭਲਾ ਕਰਦਾ ਧਰਤੀ ਦਾ ਅਤੇ ਮਰ ਕੇ ਵੀ ਭਲਾ ਕਰਦਾ ਹੈ। ਮਨੁੱਖ ਨਾ ਜਿਉਂਦਿਆਂ ਕਰਨ ਦੇ ਭਲੇ ਵਿੱਚ, ਨਾ ਮਰਨ ਕਰਨ ਦੇ ਭਲੇ ਵਿੱਚ। ਇਸ ਕਰਕੇ ਵਾਚਿਆ ਜਾਣਾ ਚਾਹੀਦਾ ਕਿ ਮਨੁੱਖ ਦੇ ਮੇਰੇ ਹੋਣ ਦਾ ਜੀਵਨ ਕਿੰਨਾ ਛੋਟਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰਾ ਤੁਝ ਕੋ ਸੌ ਪਤੇ। ਵ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ 'ਚੋਂ ਵਾਚੀਏ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 4 ਫਰਜ਼ੰਦ ਹਨ, ਅਤੇ ਪਰ ਉਹਨਾਂ 4 ਫਰਜ਼ੰਦਾਂ ਨੂੰ ਜਦੋਂ ਗੁਰੂ ਸਾਹਿਬ ਜੀ ਵੱਖੋ ਵੱਖ ਥਾਵਾਂ 'ਤੇ ਸ਼ਹੀਦੀ ਦੇ ਮਹਾਂ ਮੁਕਾਮ 'ਚੋਂ ਲੰਘਾ ਕੇ ਪ੍ਰਵਾਨ ਕਰ ਦਿੰਦੇ ਹਨ, ਅਤੇ ਗੁਰੂ ਸਾਹਿਬ ਜੀ ਇੱਕ ਵਾਕ ਆਖਦੇ ਹਨ, ਤੇਰੀ ਅਮਾਨਤ ਤੁਝੇ ਅਦਾ ਹੋਈ। ਹੁਣ ਦੇਖੋ ਕਿੱਡਾ ਵੱਡਾ ਜੀਵਨ ਹੈ ਮਾਤਾ ਪਿਤਾ ਦੇ ਨੁਕਤੇ ਤੋਂ, ਕਿ ਆਪ ਤਾਂ ਧਰਤੀ ਦੀ ਸੇਵਾ ਵਿੱਚ ਲੱਗੇ ਗੁਰੂ ਸਾਹਿਬ, ਪਿਤਾ ਵੀ ਲਾਇਆ, ਮਾਤਾ ਵੀ ਲਗਾਈ, ਅਤੇ ਪੁੱਤਰ ਵੀ ਲਗਾਏ, ਅਤੇ ਸਿੱਖ ਵੀ ਲਗਾਏ। ਅੱਜ ਸਾਡੇ ਪਰਿਵਾਰ ਦੇ 5 ਜੀਅ ਹੁੰਦੇ ਨੇ, ਇੱਕ ਵੀ ਸੇਵਾ ਵਿੱਚ ਨਹੀਂ ਲੱਗਦਾ। ਅਸੀਂ ਜਿਸ ਗੁਰੂ ਨੂੰ ਨਮਨ ਕਰ ਰਹੇ ਹਾਂ ਉਹਦੇ ਜੀਵਨ 'ਚ ਤੇਰਾ ਦੀ ਰਮਜ ਤਾਂ ਦੇਖੀਏ ਕਿੱਡੀ ਵੱਡੀ ਹੈ। ਤੇਰਾ ਹੋਣ ਦੀ ਰਮਜ ਉਹਦੇ ਜੀਵਨ 'ਚ ਏਡੀ ਵੱਡੀ ਕਿ ਉਹਦਾ ਸਾਰਾ ਜੀਵਨ ਅਰਪਣ ਦੇ ਵਿੱਚ ਦੇਣ ਦੇ ਵਿੱਚ ਹੈ। ਇਸ ਧਰਤੀ ਦੇ ਮਨੁੱਖ ਜਿਹੜੇ ਕੀੜਿਆਂ ਵਰਗੇ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਤਸ਼ਾਹ ਥਾਪ ਦਿੱਤੇ, ਕਿਉਂਕਿ ਉਹਨਾਂ ਦੇ ਅੰਦਰ ਤੇਰਾ ਦੇਣ ਦਾ ਭਾਵ ਸੀ, ਅਤੇ ਜਿਹੜੇ ਮੇਰਾ ਹੋਣ ਦਾ ਭਾਵ ਸੀ। ਪਹਾੜੀ ਰਾਜਾਂ 'ਚੋਂ ਜਨਤਾ ਕੋਲੋਂ ਹਰ ਅਧਿਕਾਰ ਖੋਹਣ ਦੀ ਮਨਸ਼ਾ ਰੱਖਦੇ ਸਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਲਾਗੈ ਮੇਰਾ ਤੇਰਾ ਤੁਝ ਕੋ ਸੌਂਪਤੈ ਦਾ ਮਤਲਬ ਜੀਵਨ ਦੇ ਜਿੰਨੇ ਤਾਣ ਹਨ ਉਹ ਸਾਰੇ ਸ੍ਰਿਸ਼ਟੀ ਦੀ ਸੇਵਾ ਦੇ ਵਿੱਚ ਲਗਾ ਦੇਣੇ। ਪਰ ਕਮਾਲ ਇਹ ਹੈ ਕਿ ਮਨੁੱਖ ਕੋਈ ਵੀ ਤਾਣ ਸ੍ਰਿਸ਼ਟੀ ਦੀ ਸੇਵਾ ਵਿੱਚ ਨਹੀਂ ਲਗਾਉਂਦਾ। ਸ੍ਰਿਸ਼ਟੀ ਦੀ ਸੇਵਾ ਵਿੱਚ ਤਾਂ ਇੱਥੋਂ ਤੱਕ ਨਹੀਂ ਕਿ ਰਸਤੇ ਦੇ ਵਿੱਚ ਕਿਤੇ ਕੂੜਾ ਪਸਰਿਆ ਹੋਵੇ ਉਹਨੂੰ ਪੈਰ ਨਾਲ ਹਟਾ ਦੇਣਾ ਵੀ ਮਨੁੱਖ ਆਪਣੀ ਹੱਦ ਤੱਕ ਸਮਝਦਾ ਹੈ। ਇਸ ਕਰਕੇ ਜਦੋਂ ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹੋਗੇ ਤਾਂ ਉਹਨਾਂ ਨੇ ਪਹਿਲੀ ਦਫਾ ਕਿਸੇ ਨੂੰ ਪੁੱਛਿਆ ਮੈਂ ਸੇਵਾ ਕਿਵੇਂ ਕਰਿਆ ਕਰਾਂ। ਉਹ ਖਾਲਸਾ ਕਾਲਜ ਵਿਖੇ ਰਿਫਿਊਜੀ ਕੈਂਪ ਲੱਗਾ ਹੋਇਆ ਸੀ, ਅਤੇ ਉੱਥੋਂ ਹਰਿਮੰਦਰ ਸਾਹਿਬ ਉਹ ਪੈਦਲ ਆਉਂਦੇ ਸਨ। ਤਾਂ ਉਹ ਕਿਸੇ ਉੱਤਮ ਪੁਰਸ਼ ਨੇ ਕਿਹਾ ਕਿ ਅੱਜ ਰਸਤੇ ਵਿੱਚ ਜਾਣਾ ਹੈ, ਜੋ ਰੋੜਾ ਲਿਫਾਫਾ ਕੁਝ ਵੀ ਪਿਆ ਹੋਵੇਗਾ ਜਿਹੜਾ ਰਸਤੇ ਵਿੱਚ ਅੜਚਨ ਪੈਦਾ ਕਰੇ ਜਾਂ ਰਸਤੇ ਦੀ ਖੂਬਸੂਰਤੀ ਨੂੰ ਖਰਾਬ ਕਰੇ, ਉਸ ਸਾਰੇ ਕੁਝ ਨੂੰ ਚੁੱਕਦਾ ਜਾਈਂ ਅਤੇ ਆਪੇ ਤੈਨੂੰ ਪਤਾ ਲੱਗ ਜਾਏਗਾ। ਉਹ ਚੱਲਦੇ ਗਏ, ਇੰਨਾ ਕੁਝ ਰਸਤਾ ਬੜਾ ਖਰਾਬ ਸੀ, ਕਦੇ ਰੋੜੇ ਹਟਾਏ, ਕਦੀ ਕੁਝ ਕੂੜਾ ਕਰਕਟ ਚੁੱਕਿਆ, ਸਾਰਾ ਰਸਤਾ ਸਾਫ਼ ਹੋ ਗਿਆ। ਹੌਲੀ ਹੌਲੀ ਉਹਨਾਂ ਨੂੰ ਸੇਵਾ ਦਾ ਦਰਸ਼ ਸਮਝ ਆ ਗਿਆ। ਤੇਰਾ ਤੁਝ ਕੋ ਸੌਂਪਤੇ ਦਾ ਭਾਵ ਹੈ ਕਿ ਅਸੀਂ ਆਪਣੇ ਹਰੇਕ ਤਾਣ ਦੇ ਨਾਲ ਧਰਤੀ ਦੀ ਸੇਵਾ ਕਰਨੀ ਹੈ, ਕਿਉਂਕਿ ਮਾਲਕ ਨੇ ਇਸ ਧਰਤੀ ਨੂੰ ਸਹਿਲ ਬਣਾਉਣ ਦੇ ਲਈ ਸਾਡੇ ਜੀਵਾਂ ਦੀ ਰਚਨਾ ਕੀਤੀ ਹੈ। ਅਤੇ ਗੁਰੂ ਸਾਹਿਬ ਨੇ ਦੇਖੋ ਤੇਰਾ ਦੇ ਭਾਵ ਵਿੱਚ ਕਿੰਨਾ ਕੀਤਾ ਹੈ। ਹੁਣ ਤਰਨਤਾਰਨ ਹੁਣ ਉਹ ਕੋੜੀਆਂ ਦਾ ਆਸ਼ਰਮ ਬਾਕੀ ਨਹੀਂ ਰਿਹਾ, ਪਰ ਉਹ ਪਹਿਲਾਂ ਅੱਜ ਤੋਂ 40 ਕੁ ਸਾਲ ਪਹਿਲਾਂ ਪੂਰਾ ਡਿਵੈਲਪਡ ਹੁੰਦਾ ਸੀ। ਤਾਂ ਉੱਥੋਂ ਦਾ ਇਤਿਹਾਸ ਕੀ ਹੈ ਕਿ ਗੁਰੂ ਅਰਜਨ ਸਾਹਿਬ ਸਵੇਰੇ ਦੀਵਾਨ ਤੋਂ ਜਦੋਂ ਮੁਕਤ ਹੋ ਜਾਂਦੇ ਸਨ ਫਰੀ, ਮਤਲਬ 9, 10, 11 ਵਜੇ, ਤਾਂ ਗੁਰੂ ਸਾਹਿਬ ਜੀ ਅੰਮ੍ਰਿਤਸਰ ਤੋਂ ਤਰਨਤਾਰਨ ਬਾਕਾਇਦਾ ਜਾਂਦੇ ਸਨ ਅਤੇ ਆਪਣੇ ਹੱਥਾਂ ਦੇ ਨਾਲ ਕੋੜੀਆਂ ਦੀ ਸੇਵਾ ਕਰਿਆ ਕਰਦੇ ਸਨ। ਤੇਰਾ ਤੁਝ ਕੋ ਸੌਂਪਤੇ ਦਾ ਮਤਲਬ ਹੈ ਤੇਰਾ ਤਾਣ ਹੈ, ਇਹ ਤੈਨੂੰ ਹੀ ਸੌਂਪਣਾ ਹੈ। ਔਰ ਕਿਉਂ? ਕਿਆ ਲਾਗੈ ਮੇਰਾ, ਇਸ ਕਰਕੇ ਸੁਹਾਵਣਾ ਹਾਂ। ਹੁਣ ਦੁਨੀਆ ਦੇ ਵਿੱਚ ਕਈ ਐਸੇ ਹਨ ਜਿਨ੍ਹਾਂ ਦੀ ਅੱਜ ਗਿਣਤੀ ਹੋ ਰਹੀ ਅਤੇ ਉਹਨਾਂ ਦੇ ਜੀਵਨ ਨੂੰ ਗਹੁ ਨਾਲ ਵਾਚ ਲੈਣਾ, ਉਹ ਤੇਰਾ ਦੇ ਭਾਵ ਵਿੱਚ ਰਹੇ ਹੋਣਗੇ। ਉਹਨਾਂ ਕਦੀ ਮੇਰਪਣ ਨਹੀਂ ਜਤਾਈ ਹੋਵੇਗੀ। ਜਿਨ੍ਹਾਂ ਨੇ ਮੇਰਪਣ ਜਤਾਈ ਹੈ ਉਹ ਕੇਵਲ ਆਪਣੇ ਜੀਵਨ ਤੱਕ ਹੀ ਆਪਣੀ ਗਿਣਤੀ ਕਰਵਾ ਸਕੇ, ਬਾਅਦ ਦੇ ਵਿੱਚ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਿਆ ਲਾਗੈ ਮੇਰਾ, ਬਖਸ਼ਿਸ਼ ਕਰਦੇ ਹਨ ਤੇਰਾ ਤੁਝ ਕੋ ਸੌਂਪਤੇ। ਸੌਂਪਤੇ ਦੇ ਵਿੱਚ ਰਮਜ ਹੈ ਕਿ ਵਰਤਦਿਆਂ ਹੋਇਆਂ ਵੀ ਉਸ ਪ੍ਰਭੂ ਦਾ ਜਾਣਨਾ, ਵਰਤਦਿਆਂ ਹੋਇਆਂ ਵੀ ਉਸ ਪ੍ਰਭੂ ਦਾ ਤਾਣ ਸਮਝ ਕੇ ਉਹਦੀ, ਇਸ ਕਰਕੇ ਜਿਹਦਾ ਦਿੱਤਾ ਉਹਦੀ ਸੇਵਾ ਵਿੱਚ ਲੱਗ ਜਾਏ, ਇਹ ਉੱਤਮ ਹੈ। ਆਪਣੀ ਛੋਟੀ ਖਿਆਨਤ ਬਾਰੇ ਅਮਾਨਤ ਦੇ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ। ਇਹ ਜੀਵਨ ਪ੍ਰਭੂ ਦੀ ਅਮਾਨਤ ਹੈ, ਉਹਦੇ ਤਾਣ ਦਿੱਤੇ ਹੋਈ ਉਹਦੀ ਅਮਾਨਤ ਹੈ।
ਇਹਨੂੰ ਸਾਬਤ ਰੱਖ ਕੇ ਉਹਦੀ ਸੇਵਾ ਵਿੱਚ ਭੁਗਤਾ ਦੇਣਾ ਹੀ ਸਹੀ ਜੀਵਨ ਹੈ, ਨਹੀਂ ਤਾਂ ਜੀਵਨ ਅਧੂਰਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਦਾਤਾਰ ਰੂਪ ਦੀਆਂ ਸਾਰੀਆਂ ਦਾਤਾਂ ਨੂੰ ਦਾਤਾ ਦੇ ਤਸੱਵੁਰ ਵਿੱਚ ਰੱਖਦਿਆਂ ਹੋਇਆਂ ਚੱਲੋ, ਤਾਂ ਕਿ ਜੀਵਨ ਦੇ ਵਿੱਚ ਕਦੀ ਕਿਸੇ ਤਰ੍ਹਾਂ ਦੀ ਪਛੇਮਾਨੀ ਨਾ ਪੈਦਾ ਹੋਵੇ, ਮੋਹ ਦੀ, ਮਮਤਾ ਦੀ, ਪਦਾਰਥ ਦੀ ਪਕੜ ਨਾ ਬਣੇ, ਤ੍ਰਿਸ਼ਨਾ ਦੇ ਰੋਗ ਤੋਂ ਰਹਿਤ ਰਹਿ ਕੇ ਤੇਰਾ ਦੇ ਭਾਵ 'ਚ, ਔਰ ਤੇਰਾ ਮਨੁੱਖ ਨੂੰ ਸੁਖਦ ਕਰਦਾ ਹੈ। ਜੇ ਤੇਰਾ ਹੋਣ ਦਾ ਭਾਵ ਮਨੁੱਖ ਨੂੰ ਸੁਖਦ ਕਰਦਾ, ਕਿਉਂਕਿ ਜਦੋਂ ਮੇਰਾ ਹੋਵੇ ਉਦੋਂ ਚਿੰਤਾ ਹੁੰਦੀ। ਜਿਵੇਂ ਗਵਾਂਢੀ ਦਾ ਬੱਚਾ ਵਿਗੜ ਜੇ, ਸਾਨੂੰ ਕਿੰਨੀ ਕੁ ਚਿੰਤਾ ਹੁੰਦੀ, ਕਿਉਂਕਿ ਉਹ ਦੂਜੇ ਦਾ ਹੈ, ਆਪਣੇ ਦੀ ਅਧਿਕ ਹੁੰਦੀ ਹੈ। ਇਸ ਕਰਕੇ ਮੇਰਾ ਦਾ ਮਤਲਬ ਜਿੰਨਾ ਕੁਝ ਅਸੀਂ ਆਪਣੇ ਆਪ ਨਾਲ ਜੋੜਦੇ ਹਾਂ ਉਨੇ ਦੁਖਦ ਹੁੰਦੇ ਹਾਂ, ਪਰ ਜਿੰਨਾ ਤੇਰਾ ਦੇ ਭਾਵ ਵਿੱਚ ਰੱਖਦੇ ਹਾਂ ਉਨੇ ਹੀ ਸੁਖਦ ਹੁੰਦੇ ਹਾਂ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਅਤੇ ਕਿਤੇ ਨਾ ਇਸ ਸੰਭਾਵਨਾ ਤੋਂ ਬਚ ਕੇ ਰਹੀਏ ਕਿ ਮੇਰੀ ਮੇਰੀ ਕਰਤੇ ਜਨਮ ਗਿਓ। ਇਹ ਜਿਹੜੀ ਸੰਭਾਵਨਾ ਇਹ ਸਾਡੇ ਜੀਵਨ 'ਚ ਨਾ ਵਾਪਰੇ। ਅਤੇ ਤੇਰਾ ਦਾ ਭਾਵ ਹੈ, ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਦ੍ਰਿਸ਼ਟੀਕੋਣ ਦੇਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਰਚਨਾ ਕੀਤੀ ਗੁਰੂ ਸਾਹਿਬ ਜੀ ਨੇ, ਅਤੇ ਵਾਕ ਕੀ ਆਖੇ ਗੁਰੂ ਸਾਹਿਬ ਜੀ ਦੇ। ਅਸੀਂ ਮੁੰਦਾਵਣੀ ਦੇ ਵਿੱਚ ਵਾਕ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਕਿ ਇਹ ਤੇਰਾ ਕੀਤਾ ਹੈ, ਇਹ ਬਿਧ ਬਣੀ, ਇਹ ਮਹਾਂਕਾਰਜ ਬਣਿਆ, ਮੈਨੂੰ ਜੋਗ ਕੀਤੋਈ। ਅੱਗੇ ਆਖਦੇ ਹਨ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਅੱਜ ਕੱਲ੍ਹ ਬੰਦਾ ਹੁਣ ਜਿਹੜਾ ਵਰਤਮਾਨ ਮੀਡੀਆ ਦਾ ਯੁੱਗ ਹੈ, ਟੁੱਟੀ ਫੁੱਟੀ ਜੀ ਕਵਿਤਾ ਵੀ ਲਿਖ ਲਏ ਨਾ, ਅਤੇ ਉਹ ਜਦੋਂ ਸ਼ੇਅਰ ਕਰਨ ਲੱਗਿਆ ਥੱਲੇ ਬਕਾਇਦਾ ਕਹੂਗਾ ਮੇਰਾ ਨਾਂ ਨਾ ਮਿਟਾਇਓ, ਇਹਨੂੰ ਨਾਂ ਦੇ ਸਮੇਤ ਹੀ ਸ਼ੇਅਰ ਕਰਿਓ। ਅਤੇ ਗੁਰੂ ਸਾਹਿਬ ਜੀ ਨੇ ਐਡਾ ਵੱਡਾ ਬਾਣੀ ਦਾ ਮਹਾਂਸਾਗਰ ਰਚ ਕੇ ਸਾਨੂੰ ਸਰਲ ਰੂਪ ਦੇ ਵਿੱਚ ਹੀ ਸੌਂਪ ਦਿੱਤਾ, ਅਤੇ ਆਖਿਆ ਕਿ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਗੁਰੂ ਕੀ ਇਹਨਾਂ ਰਹਿਮਤਾਂ ਨੂੰ ਮਾਣਦਿਆਂ ਹੋਇਆਂ ਆਪਣਾ ਜੀਵਨ ਸਫਲਾ ਕਰੀਏ ਜੀ। ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ, ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।